देश दुनिया च वसदे पंजाबियों को जी आया। मैं हरजिंदर सिंह रंधावा, तुम देख रहे हो पंजाब टैलीविजन, और मेरे नाल ने सीनियर जर्नलिस्ट जी भास्कर जी और इंद्रप्रीत जी। मैं जी आया आपका। बहुत बहुत शुक्रिया रंधावा जी। सत श्री अकाल जी। पहला मारदे आ सकत्रे दा चक्कर। कल मुख मंत्री दे प्रिंसिपल सैकटरी ए वेणु प्रसाद रिटायर हो गए। पार्टी जबरदस्त सी क्योंकि वो एसोसीएशन के प्रधान भी ने IAS अफसरां दी। हुण निक्का जिहा ही सवाल आ वैसे तां भी की जंजुआ VK जंजुआ विजय कुमार जंजुआ नाल मुख मंत्री दी ज़्यादा मुहब्बत सी ਜਿਹੜੇ पार्टी च आए, इत्थे आए ही नहीं। की कोई चौपर भेजा गया सी संगरूर सुनाम कन्नी मुख मंत्री साहब 15 मिनट ही आ जाओ, फोटोआं ही खिचा लीए? क्यों नहीं आए भला? इन्नी मुहब्बत जिन्नी वेणु प्रसाद जी ने दिती है इन्नी तो शायद होर दूजे किसी ने दिती नहीं। चलो साडा तो हासा ठट्ठा है। बाकी कल कोई नवा प्रिंसिपल सैकटरी नहीं लग्या कि 15-20 दिन महीना रवि भगत जी नूं चैक करन दा मन है भी उन्होंने देख लीए, जे काम काज वधिया हो तो पक्का ऑर्डर कर देंगे। वैसे कैप सिन्हा नूं भी ਜਾਂਦੇ ਜਾਂਦੇ ਦਿੱਲੀ ਰੋਕ ਲਿਆ ਸੀਗਾ, ਔਰ ਉਹ ਪਿੱਛੇ ਜੇ ਦਾਅਵੇਦਾਰ ਵੀ ਬਣੇ ਸੀਗੇ, ਕਹਿੰਦੇ ਸੀ ਮੈਨੂੰ ਲਾਓ ਜੀ ਚੀਫ ਸੈਕਟਰੀ। ਅਨੁਰਾਗ ਵਰਮਾ ਮਾਰ ਕੇ ਬਾਜੀ ਕਿ ਦਿੱਲੀ ਦੇ ਵਿੱਚ ਉਹਨਾਂ ਨੌਕ ਕੀਤਾ ਵੀ ਵੇਖ ਲਓ ਮੇਰੇ ਨਾਲ ਤੁਸੀਂ ਪਿਛਲੀ ਵਾਰੀ ਵੀ ਅਨਿਆਂ ਕੀਤਾ, ਹੁਣ ਤਾਂ ਲਾਓ ਹੀ ਲਾਓ। ਪਰ ਕੀ ਚੀਫ ਸੈਕਟਰੀ ਤੋਂ ਸੀਨੀਅਰ ਬੈਚ ਵਾਲਾ ਬੰਦਾ ਮੁੱਖ ਮੰਤਰੀ ਦਫ਼ਤਰ 'ਚ ਬਿਠਾ ਕੇ ਟਸਲ ਪੈਦਾ ਕਰਨਗੇ? ਔਰ ਇਹ ਵੀ ਸਵਾਲ ਆ, ਉਦੋਂ ਮਹਿਕਮੇ ਦੇ ਕੇ ਕਿਤੇ ਐਡਜਸਟ ਤਾਂ ਨਹੀਂ ਕੀਤੇ ਗਏ ਗੁਰਕੀਰਤ ਕਿਰਪਾਲ ਵਾਂਗ, ਜਿਵੇਂ ਉਹਨਾਂ ਨੂੰ ਗ੍ਰਹਿ ਦਾ ਸੈਕਟਰੀ ਲਾਤਾ। ਖੈਰ ਮੈਂ ਇਹਨਾਂ ਗੱਲਾਂ 'ਚ ਕਿਉਂ ਪਿਆ, ਇਹ ਤਾਂ ਸੱਤਾ ਦੇ ਗਲਿਆਰਿਆਂ ਦੀ ਚਰਚਾ ਹੈ ਜਿਹਦੇ ਵਿੱਚ ਅਸੀਂ ਮਾੜਾ ਜਿਹਾ ਐਂਟਰ ਕਰ ਰਹੇ ਹਾਂ। ਜੰਜੂਆ ਸਾਹਿਬ ਨੂੰ PPSC 'ਚ ਭੇਜਣਾ ਸੀ, ਅਜੇ ਤੱਕ ਕੋਈ ਦੱਸ ਤੁੱਖ ਨਹੀਂ। ਇਧਰਲੇ ਬੰਨੇ RTI ਦੇ ਵਿੱਚ ਸਤੰਬਰ 'ਚ ਜਾ ਕੇ ਰਿਟਾਇਰਮੈਂਟ ਆ ਅਰੋੜਾ ਸਾਹਿਬ ਦੀ, ਕਿ ਉਦੋਂ ਤੱਕ ਵੇਟ ਕਰਦੇ ਕਰਦੇ, ਜਿੱਦਾਂ ਕਹਿੰਦੇ ਹੁੰਦੇ ਨਾ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਤੇ ਆਪਣੇ ਵੇਣੂ ਪ੍ਰਸਾਦ ਹੋਣੀ ਵੀ ਕੰਨੀ ਦੇ ਕਿਆਰੇ ਵਾਂਗ ਸੁੱਕੇ ਤਾਂ ਨਹੀਂ ਰਹਿ ਜਾਣਗੇ। ਖੈਰ ਜੇ ਦੋ ਬੰਦਿਆਂ 'ਚ ਕੰਪੀਟੀਸ਼ਨ ਹੋ ਗਿਆ ਜੰਜੂਆ ਸਾਹਿਬ ਤੇ ਵੇਣੂ ਪ੍ਰਸਾਦ ਦੇ ਵਿੱਚ, ਕਿਤੇ ਇੰਜ ਤਾਂ ਨਹੀਂ ਕੇਜਰੀਵਾਲ ਸਾਹਿਬ ਆਪਣੇ ਕਿਸੇ ਕੁਲੀਗ ਨੂੰ, ਕਿਉਂਕਿ ਉਹ ਵੀ ਬਿਊਰੋਕਰੇਟ ਰਹੇ ਆ, ਦਿੱਲੀੋਂ ਲਿਆ ਕੇ ਬਿਠਾ ਦੇਣਗੇ ਵੀ ਐਵੇਂ ਲੜ ਕੇ ਕੀ ਲੈਣਾ, ਤੁਸੀਂ ਰਹਿਣ ਦਿਓ ਦੋਵਾਂ ਨੂੰ ਪਾਸੇ, ਅਸੀਂ ਆਪਣਾ ਲਾ ਦਿੰਦੇ ਹਾਂ, ਅੱਗੇ ਤੁਰਦੇ ਹਾਂ। ਇੰਦਰਪ੍ਰੀਤ ਜੀ ਦਾ ਵਾਹ ਮਨਪ੍ਰੀਤ ਬਾਦਲ ਨਾਲ ਬਹੁਤ ਰਿਹਾ। ਮਨਪ੍ਰੀਤ ਬਾਦਲ ਕਿਸ ਤਰ੍ਹਾਂ ਦੇ ਇਨਸਾਨ ਹੈ, ਔਰ ਜੋ ਉਹ ਕਹਿ ਰਿਹਾ ਕਿ ਜੇ ਮੈਂ ਬੋਲ ਪਿਆ ਨਾ ਤੇ ਫਿਰ ਲੁਕਣ ਨੂੰ ਥਾਂ ਨਹੀਂ ਲੱਭਣੀ। ਕੀ ਮਨਪ੍ਰੀਤ ਬਾਦਲ ਖੁੰਦਕੀ ਨੇ, ਲੜਾਕੇ ਨੇ? ਸਮਝਣ ਦਾ ਯਤਨ ਕਰਦੇ ਆ ਕਿ ਅਤੀਤ ਵਿੱਚ, ਪਾਸਟ ਵਿੱਚ ਕਦੋਂ ਕਦੋਂ ਕਿੰਨਾ ਕਿੰਨਾ ਨਾਲ ਉਹਨਾਂ ਦੀਆਂ ਲੜਾਈਆਂ ਹੋਈਆਂ ਤੇ ਉਦੋਂ ਉਹਨਾਂ ਦਾ ਵਿਹਾਰ ਕਿਹੋ ਜਿਹਾ ਸੀ। ਚਲੋ ਮੁੱਖ ਮੰਤਰੀ ਦੇ ਵਿਅੰਗ ਦੇ ਨਜ਼ਰੀਏ ਤੋਂ ਜਾਂ ਆਪਣੇ ਤਰੀਕੇ ਨਾਲ ਅੱਗੇ ਵਧਦੇ ਆ, ਇਹ ਤੇ ਪਤਾ ਹੀ ਆ, ਪਰ ਮਨਪ੍ਰੀਤ ਖਿਜੇ ਹੋਏ ਸੀ ਤੇ ਗੁੱਸੇ 'ਚ ਸੀ। ਸਮਝਦੇ ਇਹਨਾਂ ਤੋਂ ਕਿ ਉਹਨਾਂ ਦੀ ਮਾਨਸਿਕਤਾ ਕੀ ਆ ਔਰ ਕਿਸ ਤਰ੍ਹਾਂ ਦਾ ਹਮਲਾ ਮੁੱਖ ਮੰਤਰੀ ਤੇ ਤਸੱਵਰ ਕੀਤਾ ਜਾ ਸਕਦਾ। ਤੀਜਾ ਮਾਮਲਾ ਥੋੜਾ ਜਿਹਾ ਸੰਜੀਦਾ ਹੈ, ਥੋੜਾ ਨਹੀਂ ਜ਼ਿਆਦਾ ਸੰਜੀਦਾ ਹੈ, ਮੈਨੂੰ ਤਕਲੀਫ ਦੇਣ ਵਾਲਾ ਹੈ। ਪੰਜਾਬ ਦੇ ਗਵਾਂਢੀ ਸੂਬਿਆਂ ਨੂੰ, ਪਹਾੜੀ ਰਾਜਾਂ ਨੂੰ ਟੈਕਸ ਹੌਲੀਡੇ ਦੇ ਨਾਂ ਤੇ ਬਹੁਤ ਰਿਆਇਤਾਂ ਨੇ। ਪੰਜਾਬ ਦੀ ਇੰਡਸਟਰੀ ਪਹਾੜੀ ਸੂਬਿਆਂ ਵੱਲ ਨੂੰ ਪਲਾਇਨ ਕਰ ਗਈ, ਹਿਜਰਤ ਕਰ ਗਈ, ਅਸੀਂ ਮਾਰੇ ਗਏ ਇੰਡਸਟਰੀਅਲ ਨਜ਼ਰੀਏ ਦੇ ਮਾਮਲੇ 'ਚ। ਹੁਣ ਜੇ ਪਾਰਲੀਮੈਂਟ ਦੇ ਵਿੱਚ ਪੰਜਾਬ ਵੱਲੋਂ ਐਸੀ ਕਿਸੇ ਮੰਗ ਦੇ ਉੱਤੇ ਸਿੱਧਿਓ ਨਾ ਕੀਤੀ ਜਾਂਦੀ ਆ, ਯਾਰ ਉਹ ਦੁੱਖ ਤਾਂ ਲੱਗਦਾ ਹੀ ਆ। ਆਪਾਂ 2-3 ਖਬਰਾਂ ਹੋਰ ਲਵਾਂਗੇ ਜਿਹਦੇ ਵਿੱਚ ਇੱਕ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਵਿੱਚ 24 'ਚ ਸੀਟਾਂ ਦੀ ਵੰਡ ਨੂੰ ਲੈ ਕੇ ਜਿਹੜੀ ਗੱਲ ਉੱਪਰ ਹੋ ਰਹੀ ਆ ਤੇ ਜਿਹੜੀ ਥੱਲੇ ਹੋ ਰਹੀ ਆ। ਵੈਸੇ ਮੇਰੀ ਭਵਿੱਖਬਾਣੀ ਆ ਕਿ ਕਦੇ ਵੀ ਇਹ ਸੀਟ ਵੰਡ ਨਹੀਂ ਕਰਨਗੇ, ਨਾ ਕਾਂਗਰਸ ਖਾਸ ਤੌਰ ਤੇ ਨਹੀਂ ਕਰੂਗੀ, ਨਹੀਂ ਤੇ ਮਾਰੀ ਜਾਊਗੀ। ਪੰਜਾਬ ਦੇ ਕਾਂਗਰਸੀਏ ਇੰਨੇ ਤਾਂ ਮੈਚੁਰ ਹੋਣਗੇ ਵੀ ਉਹ ਇਹ ਪੰਗਾ ਨਹੀਂ ਲੈਣਗੇ। ਸੁਪਰੀਮ ਕੋਰਟ ਮਨੀਪੁਰ ਦੇ ਮਾਮਲੇ ਤੇ ਸਖਤ ਆ। ਖੇਡਾਂ ਦੇ ਵਿੱਚ ਇਨਾਮਾਂ ਦੀ ਘੋਸ਼ਣਾ ਮੈਨੂੰ ਉਤਸ਼ਾਹਤ ਕਰ ਰਹੀ ਆ। ਔਰ ਬਾਸਮਤੀ ਦੇ ਮਾਮਲੇ 'ਚ ਜਿਹੜੇ ਅਸੀਂ ਨਦੀਨ ਨਾਸ਼ਕ ਤੇ ਕੀਟਨਾਸ਼ਕ ਪਾਉਂਦੇ ਆ, ਉਹਦੇ ਨਾਲ ਸਾਡੀ ਸਥਿਤੀ ਕੀ ਬਣ ਗਈ ਆ, ਸਾਡੇ ਐਕਸਪੋਰਟ ਦੀ ਸਥਿਤੀ ਕੀ ਬਣ ਗਈ ਆ, ਸਾਡੀ ਕੁਆਲਿਟੀ ਦੀ ਸਥਿਤੀ ਕੀ ਬਣ ਗਈ ਆ, ਇਹ ਸਾਡੇ ਖਿੱਤੇ ਦੀ ਸਭ ਤੋਂ ਮਹਿਕਮੀ ਫਸਲ ਜਿਹੜੀ ਆ ਉਹ ਖਰਾਬ ਕਿਉਂ ਹੋ ਰਹੀ ਆ, ਇਹਨਾਂ ਦੇ ਉੱਤੇ ਚੱਲਦੇ ਆ। ਸਭ ਤੋਂ ਪਹਿਲਾਂ ਇੰਦਰਪ੍ਰੀਤ ਜੀ, ਸੱਤਾ ਦੇ ਗਲਿਆਰਿਆਂ 'ਚ ਕੱਲ ਪਾਰਟੀ ਸੀ। ਪਾਰਟੀ ਸਭ ਤੋਂ ਅਹਿਮ ਅਹੁਦੇ ਵਾਲੇ ਬੰਦੇ ਦੀ ਰਿਟਾਇਰਮੈਂਟ ਦੀ ਸੀ, ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਤੇ ਉਹ ਵੀ ਉਦੋਂ ਜਦੋਂ ਉਹ IAS ਅਫਸਰਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਹੋਣ। ਮਤਲਬ ਇਹ ਸਭ ਤੋਂ ਪਾਵਰਫੁਲ ਅੰਗ ਸਰਕਾਰ ਦਾ ਤੇ ਉਹਦਾ ਪ੍ਰਧਾਨ ਸਭ ਤੋਂ ਅਹਿਮ। ਸੋ ਉਸ ਵੇਲੇ ਮਾਹੌਲ ਕਿਹੋ ਜਿਹਾ ਸੀ, ਕੱਢ ਕੇ ਕੀ ਲਿਆਏ ਹੋ ਅੰਦਰੋਂ? ਮੌਕੇ ਤੇ ਫੋਟੋਆਂ ਤੁਸੀਂ ਵੀ ਖਿਚਾਉਂਦੇ ਨਜ਼ਰ ਆਏ ਸੀ। ਨਹੀਂ ਰੰਧਾਵਾ ਸਾਹਿਬ ਠੀਕ ਆ, ਉਦੋਂ ਕੱਲ ਤਾਂ ਦੇਖੋ ਸਾਰੇ ਹੀ ਅਫਸਰ ਜਿੰਨੇ ਵੀ ਆ ਰਹੇ ਸੀ ਉਹਨਾਂ ਦਫ਼ਤਰ 'ਚ ਵੇਣੂ ਪ੍ਰਸਾਦ ਜੀ ਦੇ, ਤੇ ਸਾਰੇ ਖੈਰ
ਮਤਲਬ ਉਹਨਾਂ ਦੇ ਅਗਲੇ ਭਵਿੱਖ ਵਾਸਤੇ ਸ਼ੁਭਕਾਮਨਾਵਾਂ ਤਾਂ ਦੇ ਹੀ ਰਹੇ ਸੀ, ਉਹ ਸਾਰਿਆਂ ਨਾਲ ਹੀ ਸੀ। ਖੁਦ ਵੀ ਮਤਲਬ ਇਹ ਵੇਣੂ ਪ੍ਰਸਾਦ ਆਪਣੇ ਪਰਿਵਾਰ ਸਮੇਤ ਅੱਜ ਉੱਥੇ ਆਏ ਹੋਏ ਸੀਗੇ ਤੇ ਉਹਨਾਂ ਨੂੰ ਵੀ ਦਿਖਾਇਆ, ਉਹਨਾਂ ਨੂੰ ਵੀ ਆਫਿਸ ਕਿੱਦਾਂ ਦਾ ਹੈ, ਜਿਵੇਂ ਕਿਤੇ ਬੈਠਦਾ ਰਿਹਾ। ਇਹ ਸਾਰੀਆਂ ਚੀਜ਼ਾਂ ਹੁੰਦੀਆਂ। ਦੇਖੋ ਜਿਹੜਾ ਵੀ ਬੰਦਾ ਰਿਟਾਇਰ ਹੋ ਰਿਹਾ ਹੁੰਦਾ ਉਹਦੇ ਔਰ 37 ਸਾਲ ਦੀ ਟੋਟਲ ਉਹਨਾਂ ਦੀ ਸਰਵਿਸ ਹੋਗੀ, ਲੇਕਿਨ 32 ਸਾਲ ਇੱਥੇ ਇਕੱਲੇ ਆਪਣੇ ਪੰਜਾਬ 'ਚ 32 ਸਾਲ ਦੀ ਸਰਵਿਸ ਉਹਨਾਂ ਨੇ ਦਿੱਤੀ ਹੈ। ਉਹ ਇੱਕ ਵਾਰ ਵੀ ਸੈਂਟਰਲ ਡੈਪੂਟੇਸ਼ਨ ਤੇ ਨਹੀਂ ਗਏ। ਮੈਨੂੰ ਕੱਲ ਉਹਨਾਂ ਨੇ ਦੱਸਿਆ ਵੀ ਯਾਰ ਮੈਂ ਤਾਂ ਇੱਕ ਵਾਰ ਵੀ ਸੈਂਟਰਲ ਡੈਪੂਟੇਸ਼ਨ ਤੇ ਨਹੀਂ ਗਿਆ, ਜਦੋਂ ਦਾ ਆਇਆ ਇੱਥੇ ਹੀ ਸਰਵਿਸ ਕੀਤੀ ਹੈ। ਤੇ ਬੜੀ ਇੰਟਰਸਟਿੰਗ ਚੀਜ਼ ਸੀ ਮੇਰੇ ਲਈ, ਕਿਉਂਕਿ ਆਮ ਤੌਰ ਤੇ ਬਹੁਤ ਸਾਰੇ ਅਫਸਰਾਂ ਦੇ ਵਿੱਚ ਇਹ ਹੁੰਦਾ ਹੈ ਕਿ ਉਹਨਾਂ ਨੇ ਸੈਂਟਰ 'ਚ ਜਾਣਾ ਤੇ ਸੈਂਟਰ 'ਚ ਜਾਣ ਵਾਸਤੇ ਕੁਝ ਪੀਰੀਅਡ ਪਹਿਲਾਂ ਇਨੀਸ਼ੀਅਲ ਸਟੇਜ ਤੇ, ਚਾਹੇ ਡਾਇਰੈਕਟਰ ਲੈਵਲ ਤੇ ਹੋਵੇ ਚਾਹੇ ਜੁਆਇੰਟ ਸੈਕਟਰੀ ਲੈਵਲ ਤੇ ਹੋਵੇ, ਇੱਕ ਵਾਰ ਸੈਂਟਰ ਦੇ ਵਿੱਚ ਲਗਾਉਣਾ ਹੀ ਪੈਂਦਾ, ਪਰ ਉਹ ਕਦੇ ਨਹੀਂ ਗਏ। ਸੋ ਮੇਨ ਗੱਲ ਸੀ ਵੀ ਕੱਲ ਉਹਨਾਂ ਦੀ ਜਗ੍ਹਾ ਤੇ ਕੌਣ, ਜਾਂ ਕੀ ਉਹੀ ਅੱਗੇ ਐਡੀਸ਼ਨਲ ਚੀਫ ਪ੍ਰਿੰਸੀਪਲ ਸੈਕਟਰੀ ਦੇ ਰੂਪ 'ਚ ਜਿਵੇਂ ਸੁਰੇਸ਼ ਕੁਮਾਰ ਜੀ ਲਾਏ ਸੀ, ਉਸ ਤਰ੍ਹਾਂ ਦਾ ਕੋਈ ਲਗਾਇਆ ਜਾ ਸਕਦਾ ਉਹਨਾਂ ਨੂੰ। ਸੋ ਕੱਲ ਰਾਤ ਤੱਕ ਅਸੀਂ ਇਸ ਆਰਡਰ ਦੀ ਉਡੀਕ ਕਰਦੇ ਰਹੇ, ਪਰ ਨਹੀਂ ਆਇਆ। ਇਨ ਬਿਟਵੀਨ ਜਿਹੜੀ ਤੁਸੀਂ ਗੱਲ ਕੀਤੀ ਪਾਰਟੀ ਦੇਖੋ ਕੋਈ ਵੀ ਜਿਹੜੇ ਰਿਟਾਇਰ ਹੁੰਦੇ ਆ ਉਹਨਾਂ ਨੂੰ ਪਾਰਟੀ ਦਿੱਤੀ ਜਾਂਦੀ ਹੈ, ਖਾਸ ਤੌਰ ਜਿਹੜੇ ਉੱਚ ਅਹੁਦੇ ਵਾਲੇ ਹੁੰਦੇ ਆ ਉਹਨਾਂ ਨੂੰ ਤਾਂ ਉਹ ਖੁਦ ਹੀ ਪ੍ਰਧਾਨ ਨੇ, ਉਹਨਾਂ ਨੇ ਹੀ ਆਰਡਰ ਕਰਨਾ ਹੁੰਦਾ। ਕੱਲ ਤਾਂ ਖੈਰ ਦੂਜਿਆਂ ਨੇ ਕੀਤਾ ਹੋਊਗਾ, ਲੇਕਿਨ ਇਹ ਚੱਲਦੀ ਹੈ। ਇਹਦੇ ਵਿੱਚ ਸੀਗਾ ਕਿ ਚੀਫ ਮਿਨਿਸਟਰ ਨਹੀਂ ਆਏ। ਮੈਂ ਪਤਾ ਕਰ ਰਿਹਾ ਸੀ ਵੀ ਕੀ ਚੀਫ ਮਿਨਿਸਟਰ ਆਣਗੇ ਅੱਜ, ਜਿਵੇਂ ਪਿਛਲੇ ਮਹੀਨੇ ਆਏ ਸੀਗੇ ਤੇ ਉਹਨਾਂ ਨੇ ਸਪੈਸ਼ਲੀ, ਉਦੋਂ ਵੀ ਪਾਰਟੀ ਆਈਐਸਏ ਸਟੇਸ਼ਨ ਨੇ ਆਪਣੀ ਰੱਖੀ ਸੀ 6th ਫਲੋਰ ਤੇ, ਜਿਹੜੀ ਕਮੇਟੀ ਰੂਮ ਹੈ ਉੱਥੇ, ਪਰ ਇਨ ਬਿਟਵੀਨ ਹੀ ਚੀਫ ਮਿਨਿਸਟਰ ਨੇ ਕਿਹਾ ਕਿ ਨਹੀਂ ਪਹਿਲਾਂ 2 ਫਲੋਰ ਤੇ ਆਓ ਸਾਰੇ। ਫਿਰ ਉਹ 2 ਫਲੋਰ ਤੇ ਆ ਕੇ ਉਹਨਾਂ ਨੂੰ ਚਾਹ ਪਾਣੀ ਪਿਲਾਇਆ ਗਿਆ, ਫਿਰ ਵਾਪਸ ਉਹ ਗਏ ਉੱਥੇ ਉੱਪਰ, ਚਾਹ ਪਾਣੀ ਪਿਲਾਇਆ ਉਹਨਾਂ ਨੂੰ। ਕੱਲ ਦਾ ਵੀ ਇਸੇ ਤਰ੍ਹਾਂ ਦਾ ਹੀ ਸੀ ਵੀ ਕਿ ਕੱਲ ਵੀ ਇੱਥੇ ਦਾ ਕੁਝ ਹੋਊਗਾ, ਚੀਫ ਮਿਨਿਸਟਰ ਸਾਹਿਬ ਆਣਗੇ। ਮੈਨੂੰ ਪਤਾ ਵੀ ਲੱਗਿਆ ਕਿ ਸੀਐਮਓ ਨੇ ਚੀਫ ਮਿਨਿਸਟਰ ਨੂੰ ਵਾਪਸ, ਕਿਉਂਕਿ ਕੱਲ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਸੀ ਤੇ ਉੱਥੇ ਸਮਾਰੋਹ ਰੱਖਿਆ ਹੋਇਆ ਸੀ ਸਟੇਟ ਪੱਧਰ ਦਾ, ਤੇ ਮੁੱਖ ਮੰਤਰੀ ਦਾ, ਕਿਉਂਕਿ ਆਪਣਾ ਹਲਕਾ ਵੀ ਹੈ, ਮੁੱਖ ਮੰਤਰੀ ਉਸੇ ਕਾਲਜ 'ਚ ਪੜ੍ਹੇ ਵੀ ਨੇ ਤੇ ਇਸ ਕਰਕੇ ਉਹਨਾਂ ਦਾ ਬੜਾ ਲਗਾਓ ਹੈ ਸੁਨਾਮ ਨਾਲ, ਤੇ ਉੱਥੇ ਉਹ ਗਏ ਹੋਏ ਸੀਗੇ ਤੇ ਉਹਨਾਂ ਨੂੰ ਵਾਪਸ ਲਿਆਉਣ ਲਈ ਹੈਲੀਕਾਪਟਰ ਵੀ ਭੇਜਿਆ ਗਿਆ ਸੀਗਾ, ਪਰ ਉਹਨਾਂ ਨੇ ਸ਼ਾਇਦ ਅਗਲੀ ਅੰਗੇਜਮੈਂਟ ਜਿਹੜੀ ਹੈਗੀ ਹੈ ਆਪਣੀ ਲੁਧਿਆਣੇ ਦੀ ਸੀ, ਉਹ ਰੱਖੀਆਂ ਹੋਈਆਂ ਸੀ ਤੇ ਉਹ ਉੱਥੋਂ ਹੀ ਸ਼ਾਇਦ ਲੁਧਿਆਣੇ ਅੱਜ ਜਾ ਰਹੇ ਨੇ, ਤੇ ਉਹ ਨਹੀਂ ਆਏ। ਇਹ ਗੱਲ ਬੜੀ ਥੋੜੀ ਜੀ ਇੱਕ ਜਿਹਨੂੰ ਆਪਾਂ ਕਹਿੰਦੇ ਨਾ ਕਿ ਇੱਕ ਸਾਲ ਦੀ ਹੈ ਵੀ ਜਿਹੜੇ ਉਹਨਾਂ ਦੇ ਸਭ ਤੋਂ ਕਰੀਬੀ ਅਫਸਰ ਹੈ ਉਹਨਾਂ ਦੀ ਰਿਟਾਇਰਮੈਂਟ ਤੇ ਉਹ ਨਹੀਂ ਆਏ। ਸੋ ਹੁਣ ਕੀ ਹੈ ਅਗਲਾ ਕੀ ਅੱਗੇ ਕਿਸੇ ਹੋਰ ਅਧਿਕਾਰੀ ਨੂੰ ਲਗਾਇਆ ਜਾ ਰਿਹਾ ਹੈ ਕਿ ਇਸ ਬਾਬਤ ਜਿਹੜੀ ਦਿੱਲੀ ਦੀ ਪਾਰਟੀ ਹਾਈ ਕਮਾਂਡ ਨਾਲ ਵੀ ਕੋਈ ਕੰਸਲਟੇਸ਼ਨ ਚਾਹੇ ਇਸ ਕਰਕੇ ਆਰਡਰ ਨਹੀਂ ਹੋਏ, ਨਹੀਂ ਤਾਂ ਬਹੁਤ ਕਲੀਅਰ ਹੀ ਹੈ ਕਿ 31 ਤਰੀਕ ਨੂੰ ਉਹਨਾਂ ਨੇ ਰਿਟਾਇਰ ਹੋਣਾ, ਤਾਂ ਸਰਕਾਰ ਪਹਿਲਾਂ ਤੋਂ ਹੀ ਇਹ ਕੋਸ਼ਿਸ਼ ਕਰੇਗੀ ਹੋਈ ਵੀ ਜਾਂ ਤਾਂ ਉਹਨਾਂ ਨੂੰ ਹੀ ਅੱਗੇ ਸੀਪੀਐਸ ਵਜੋਂ ਕਰ ਦੋ, ਜਾਂ ਫਿਰ ਕੋਈ ਨਵਾਂ ਜਿਹਾ ਅਧਿਕਾਰੀ ਲਗਾਉਣਾ ਤਾਂ ਉਹਦੇ ਲਈ ਕੰਸਲਟੇਸ਼ਨ ਤਾਂ ਹੋ ਗਈਆਂ ਹੋਣੀਆਂ ਮੈਨੂੰ ਲੱਗਦਾ, ਪਰ ਲਗਾਇਆ ਨਹੀਂ ਗਿਆ। ਕੱਲ ਇਹ ਬੜੀ ਹੈਰਾਨੀਜਨਕ ਗੱਲ ਸੀ ਵੀ ਆਰਡਰ ਨਹੀਂ ਹੋਏ ਹੈਗੇ। ਸੋ ਹੁਣ ਉਹਨਾਂ ਦੇ ਉੱਤੇ ਜੋ ਮਤਲਬ ਕੱਲ ਚੱਲ ਰਿਹਾ ਸੀ ਤਰੇ ਗਲਿਆਰੇ 'ਚ, ਉਹ ਸੀ ਵੀ KP ਸਿਨਹਾ ਨੂੰ ਸ਼ਾਇਦ ਉੱਥੇ ਲਿਆਇਆ ਜਾ ਰਿਹਾ। ਅਸੀਂ ਬਹੁਤ ਦਰਵਾਜ਼ੇ ਕੱਲ ਖਟਖਟਾਏ ਵੀ ਸ਼ਾਇਦ ਕੋਈ ਇਹਦੇ ਉੱਤੇ ਕੋਈ ਪੁਖਤਾ ਜੀ ਜਾਣਕਾਰੀ ਦੇ ਤਾਂ ਕਿ ਅਸੀਂ ਵੀ ਆਪਣੀ ਖਬਰ ਬ੍ਰੇਕ ਕਰ ਸਕੀਏ, ਲੇਕਿਨ ਕੋਈ ਆਈ ਨਹੀਂ। ਸਾਰਿਆਂ ਦੇ ਮਨ 'ਚ ਇਹੀ ਸੀਗੀ ਕਿ ਨਹੀਂ, ਡਿਸਾਈਡ ਸਿਰਫ CM ਔਰ ਦਿੱਲੀ ਦੀ ਟੀਮ ਨਹੀਂ ਕਰਨਾ, ਇਸ ਕਰਕੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ ਇਸ ਬਾਰੇ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਕੈਪਸਨਾਂ ਦਾ ਨਾਂ ਚੱਲਦਾ ਰਿਹਾ। ਮੈਂ ਥੋੜਾ ਜਿਹਾ ਪਿੱਛੇ ਜਾਣਾ ਚਾਹੂੰਗਾ, ਜਦੋਂ ਇਹ ਵੇਣੂ ਪ੍ਰਸਾਦ ਆਏ ਸੀਗੇ ਉਹ ਚੋਣ ਕਿਹਨਾਂ ਦੀ ਸੀਗੀ? ਕੀ ਵਿਜੇ ਨਾਇਰ ਦਾ ਉਹਦੇ 'ਚ ਕੋਈ ਰੋਲ ਸੀ, ਜਿਹੜੇ ਅੱਜ ਕੱਲ ਐਕਸਾਈਜ਼ ਮਾਮਲੇ ਦੇ ਵਿੱਚ ਉਲਝੇ ਹੋਏ ਨੇ? ਵਿਜੇ ਨਾਇਰ ਪੰਜਾਬ ਦੀ ਇਲੈਕਸ਼ਨ ਦੌਰਾਨ ਤੇ ਉਸ ਤੋਂ ਬਾਅਦ ਸਰਕਾਰ ਦੇ ਗਠਨ ਦੌਰਾਨ ਕਾਫੀ ਸਰਗਰਮ ਸੀਗੇ। ਹੌਲੀ ਹੌਲੀ ਵੇਣੂ ਪ੍ਰਸਾਦ ਨੇ ਮੁੱਖ ਮੰਤਰੀ ਦਾ ਭਰੋਸਾ ਜਿੱਤ ਲਿਆ। ਉਹਨਾਂ ਨੇ ਕਦੇ ਵੀ ਹੈਂਕੜ ਨਹੀਂ ਦਿਖਾਈ IAS ਅਫਸਰਾਂ ਵਾਲੀ। ਮੈਨੂੰ ਲੱਗਿਆ ਨਹੀਂ ਕਦੇ ਵੀ ਕਿ ਉਹ ਪ੍ਰਿੰਸੀਪਲ ਸੈਕਟਰੀ ਵਾਂਗ ਕੰਮ ਕਰ ਰਿਹਾ, ਉਹਨਾਂ ਦੇ PA ਵਾਂਗ ਵੀ ਵਿਚਰਦੇ ਰਹੇ। ਖੈਰ ਇੰਜ ਆਮ ਤੌਰ ਤੇ ਹੁੰਦਾ ਘੱਟ ਹੈ, ਪਰ ਕੈਪਸਨਾਂ ਦੇ ਮਾਮਲੇ 'ਚ ਇਹ ਗੱਲ ਵਾਕਿਆ ਹੀ ਹੈ ਕਿ ਉਹ ਯਤਨਸ਼ੀਲ ਤਾਂ ਹੋਣਗੇ, ਔਰ ਯਤਨਸ਼ੀਲ ਕੁਝ ਹੋਰ ਅਫਸਰ ਵੀ ਸੀਗੇ, ਪਰ ਅਨੁਰਾਗ ਵਰਮਾ ਜਿਹੜੇ ਲਗਭਗ 10 ਅਧਿਕਾਰੀਆਂ ਦੇ ਹੁੰਦਿਆਂ ਜਦੋਂ ਇਹ ਅਹੁਦਾ ਗ੍ਰਹਿਣ ਕਰ ਲੈਂਦੇ ਆ, ਪ੍ਰਾਪਤ ਕਰਨ 'ਚ ਸਫਲ ਹੋ ਜਾਂਦੇ ਆ, ਤੇ ਉਹਨਾਂ ਦੀ ਸਮਰੱਥਾ ਨੂੰ ਘਟਾ ਕੇ ਕੋਈ ਨਹੀਂ ਦੇਖ ਸਕਦਾ। ਉਹਨਾਂ ਜਿਹੜੀ ਪ੍ਰਸ਼ਾਸਨਿਕ ਟੀਮ ਆ ਉਹਦੇ ਚੁਣਨ ਵਿੱਚ ਜੇ ਕੇਜਰੀਵਾਲ ਸਾਹਿਬ ਜਾਂ ਭਗਵੰਤ ਮਾਨ ਉਹਨਾਂ ਦੀ ਰਾਏ ਲੈ ਰਿਹਾ, ਤਾਂ ਉਹਨਾਂ ਦਾ ਯਤਨ ਤਾਂ ਹੋਊਗਾ ਹੀ ਕਿ ਕੁਦਰਤੀ ਤੌਰ ਤੇ ਉਹਨਾਂ ਤੋਂ ਕੋਈ ਜੂਨੀਅਰ ਅਧਿਕਾਰੀ CMO ਦੇ ਵਿੱਚ ਬੈਠੇ ਤਾਂ ਕਿ ਕੰਮ ਦਾ ਸਮਾਤੋਲ ਬਣਿਆ ਰਵੇ।
ਇਹ ਹੁਣ ਅਹਿਮ ਆ ਦੇਖਣ ਵਾਲੀ ਗੱਲ ਕਿ ਜਿਹੜੇ ਵੀ ਅਧਿਕਾਰੀ ਜੇ ਕਿਸੇ ਵੀ ਤਰ੍ਹਾਂ ਕੱਲ ਨੂੰ ਕਿਸੇ ਪਰੇਸ਼ਾਨੀ ਵਿੱਚ ਆ ਸਕਦੇ ਆ ਤੇ ਉਹਨਾਂ ਨੂੰ ਇਹੋ ਜਿਹੇ ਅਹਿਮ ਅਹੁਦਿਆਂ ਤੇ ਕਿੰਨਾ ਕੁ ਅੱਗੇ ਵਧਾਇਆ ਜਾ ਸਕਦਾ, ਇਹ ਵੀ ਸੱਤਾ ਦੇ ਗਲਿਆਰਿਆਂ 'ਚ ਗੱਲ ਤੁਰਦੀ ਆ। ਭਾਸਕਰ ਸਾਹਿਬ, ਇਸ ਤਰ੍ਹਾਂ ਦੀਆਂ ਕਰੂਸ਼ਲ ਪੋਸਟਾਂ ਜਿਹੜੀਆਂ ਹੁੰਦੀਆਂ ਨੇ, ਜਿਹੜੀਆਂ ਬੜੀਆਂ ਅਹਿਮ ਹੁੰਦੀਆਂ ਨੇ, ਉਹਨਾਂ ਦੇ ਉੱਤੇ ਰਿਟਾਇਰਮੈਂਟ ਵਾਲੇ ਦਿਨ ਜਾਂ ਉਸ ਤੋਂ ਇੱਕ ਦਿਨ ਪਹਿਲਾਂ ਹੀ ਨਿਯੁਕਤੀ ਕਰਤੀ ਜਾਂਦੀ ਹੈ। ਜਿਵੇਂ ਅਨੁਰਾਗ ਵਰਮਾ 2 ਦਿਨ ਪਹਿਲਾਂ ਹੀ ਜੰਜੂਆ ਸਾਹਿਬ ਤੋਂ ਰਿਟਾਇਰਮੈਂਟ ਤੋਂ ਪਹਿਲਾਂ ਹੀ ਲਾਤੇ ਗਏ ਸੀਗੇ। ਸੋ ਜਿਹੜੀ ਗੱਲ ਨਿਯੁਕਤੀ ਨਾ ਹੋਣ ਦੀ ਆ, ਉਹ ਇੰਜ ਲੱਗ ਰਿਹਾ ਜਿਵੇਂ ਰਵੀ ਭਗਤ ਜਿਹੜੇ ਕਿ ਪਹਿਲਾਂ ਵੀ ਸੀਐਮਓ 'ਚ ਕੰਮ ਕਰ ਰਿਹਾ, ਹੋਰ ਵੀ ਅਧਿਕਾਰੀ ਨੇ, ਰਵੀ ਭਗਤ ਦੇ ਕੰਮ ਨੂੰ ਕੁਝ ਦੇਰ ਲਈ ਦੇਖਣ ਦਾ ਮਨ ਬਣ ਗਿਆ ਤੇ ਉਸ ਤੋਂ ਬਾਅਦ ਪੱਕੇ ਆਰਡਰ ਕੀਤੇ ਜਾਣ ਦਾ ਮਨ ਬਣ ਗਿਆ, ਤਾਂ ਕਿ ਕੋਈ ਰੌਲਾ ਹੀ ਨਾ ਪਵੇ, ਨਿਯੁਕਤੀ ਹੋਵੇ ਹੀ ਨਾ, ਹਵਾ 'ਚ ਗੱਲ ਲਟਕਦੀ ਰਹਿ ਜੇ, ਰੌਲੇ ਪੈਂਦੇ ਰਹਿ ਜਾਣ, ਕਨਸੋਆਂ ਚੱਲਦੀਆਂ ਰਹਿਣ, ਲੌਬਿੰਗ ਹੁੰਦੀ ਰਵੇ, ਅਫਸਰ ਪੈਰੀ ਪੈਂਦੇ ਰਹਿਣ, ਦਫ਼ਤਰਾਂ ਦੇ ਗੇੜੇ ਮਾਰਦੇ ਰਹਿਣ, ਘਰਾਂ ਦੇ ਦਰਵਾਜ਼ੇ ਖੜਕਾਉਂਦੇ ਰਹਿਣ, ਇਹ ਸਵਾਲ ਤਾਂ ਤੁਰਦੇ ਰਹਿਣ। ਜੀ ਬਿਲਕੁਲ, ਕੱਲ ਜਿਸ ਤਰੀਕੇ ਨਾਲ ਰਿਟਾਇਰਮੈਂਟ ਸੀਗੀ ਇਹ ਵੇਨੂ ਪ੍ਰਸਾਦ ਹੋਣਾ ਦੀ ਉਮੀਦ ਸੀਗੀ ਇਸ ਤੋਂ ਪਹਿਲੇ ਇਹ ਡਿਸਾਈਡ ਹੋ ਜਾਏਗਾ, ਨਹੀਂ ਹੋਇਆ। ਪਰ ਤੁਸੀਂ ਇਹ ਦੇਖੋ, ਇਹ ਡਿਸੀਜਨ ਹੋਣਾ ਕਿੱਥੋਂ ਹੈ ਕਿ ਮੁੱਖ ਮੰਤਰੀ ਨੇ ਡਿਸਾਈਡ ਕਰਨਾ ਹੈ ਕਿ ਉਹਨਾਂ ਦਾ ਪ੍ਰਿੰਸੀਪਲ ਸੈਕਟਰੀ ਕੌਣ ਹੋਏਗਾ। ਹਾਲਾਂਕਿ ਇਹ ਗੱਲ ਪਹਿਲੇ ਵੀ ਨਿਕਲ ਕੇ ਆਈ ਹੈ, ਦਿੱਲੀੋਂ ਫਾਈਨਲ ਇੱਕ ਤਰੀਕੇ ਨਾਲ ਲਿਸਟ ਕਹਿ ਲਓ ਜਾਂ ਨਾ ਕਹਿ ਲਓ, ਉੱਥੋਂ ਆਂਦਾ ਹੁੰਦਾ, ਉੱਥੋਂ ਨਾ ਨਹੀਂ ਆਇਆ। ਔਰ ਜਦ ਜੰਜੂਆ ਸਾਹਿਬ ਰਿਟਾਇਰ ਹੋਏ ਸੀ, ਉੱਥੇ ਚੇਚੇ ਤੌਰ ਤੇ ਮੁੱਖ ਮੰਤਰੀ ਉਹਨਾਂ ਦਾ ਜਾਣਾ ਔਰ ਉਹਨਾਂ ਗੱਲਾਂ ਦੇ ਵਿੱਚ ਕਿ ਇਹਨਾਂ ਨੂੰ ਪੀਪੀਐਸਸੀ ਦਾ ਚੇਅਰਮੈਨ ਲਾ ਦਿੱਤਾ ਜਾਏਗਾ, ਅੱਜ ਤੱਕ ਨਹੀਂ ਲੱਗੇ। ਹੁਣ ਕੀ ਇਹ ਵੇਨੂ ਪ੍ਰਸਾਦ ਉਹਨਾਂ ਨੂੰ ਵੀ ਉਸ ਲਾਈਨ ਦੇ ਵਿੱਚ ਲਾਤਾ? ਉਹ ਵੀ ਚਿੱਠੀਆਂ ਦੀ ਵੇਟ ਕਰਨਗੇ ਅੱਗੇ ਚੱਲ ਕੇ ਮੈਨੂੰ ਮਿਲਣਾ ਕੀ ਹੈ। ਜੇ ਮਿਲਣਾ ਹੁੰਦਾ ਤੇ ਸ਼ਾਇਦ ਕੱਲ ਮਿਲ ਜਾਂਦਾ ਔਰ ਉਹਦਾ ਇੰਡੀਕੇਸ਼ਨ ਵੀ ਮਿਲ ਜਾਂਦਾ, ਪਰ ਇਹ ਇੰਡੀਕੇਸ਼ਨ ਜਦ ਮੁੱਖ ਮੰਤਰੀ ਦੇ ਉਹਨਾਂ ਦੀ ਰਿਟਾਇਰਮੈਂਟ ਪਾਰਟੀ ਦੇ ਵਿੱਚ ਨਾ ਪਹੁੰਚਣਾ, ਇਹ ਆਪਣੇ ਆਪ ਵਿੱਚ ਇੰਡੀਕੇਸ਼ਨ ਹੈ ਕਿ ਸ਼ਾਇਦ ਜਿਸ ਪੋਸਟ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਪੋਸਟ ਦੇ ਉੱਤੇ ਉਹ ਸ਼ਾਇਦ ਨਾ ਲੱਗਣ। ਅੱਗੇ ਚੱਲ ਕੇ 2-3 ਪੋਸਟਾਂ ਖਾਲੀ ਵੀ ਹੋ ਰਹੀਆਂ, ਉਹਦੇ ਉੱਤੇ ਕੀ ਉਹ ਲੱਗਦੇ ਨੇ, ਇਹ ਹੁਣ ਇੱਕ ਫਿਊਚਰ ਦੇ ਵਿੱਚ ਉਠਾਉਣ ਵਾਲਾ ਕੁਐਸਚਨ ਕਹਿ ਲਓ ਜਾਂ ਉਹਨਾਂ ਦੀ ਵੇਟ ਕਹਿ ਲਓ, ਉਹਦੇ ਉੱਤੇ ਡਿਪੈਂਡ ਕਰਦਾ। ਪਰ ਫਿਲਹਾਲ ਕੋਈ ਬਹੁਤਾ ਐਕਸਟੈਂਸ਼ਨ ਕਹਿ ਲਓ ਜਾਂ ਫਿਰ ਉਹਨਾਂ ਨੂੰ ਕੋਈ ਰੀਅਪਾਇੰਟਮੈਂਟ ਕਹਿ ਲਓ, ਕੱਲ ਇਹ ਡਿਸੀਜਨ ਨਾ ਹੋਣਾ ਆਪਣੇ ਆਪ ਵਿੱਚ ਹੀ ਇਹ ਫੈਸਲਾ ਲਟਕਿਆ ਹੋਇਆ ਨਜ਼ਰ ਆਉਂਦਾ। ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ। ਉਹਨਾਂ ਨੇ 2 ਅਹੁਦਿਆਂ ਲਈ ਅਪਲਾਈ ਕੀਤਾ ਹੋਇਆ ਕਿ ਵੇਨੂ ਪ੍ਰਸਾਦ ਕਲੀਅਰ ਕਰਨਗੇ। ਆਰਟੀਆਈ ਲਈ ਕੋਈ ਐਪਲੀਕੇਸ਼ਨ ਹੁੰਦੀ ਹੈ ਪਹਿਲਾਂ ਜੀ, 2 ਮਹੀਨੇ ਪਹਿਲਾਂ ਹੋ ਸਕਦੀ ਹੁੰਦੀ ਹੈ, ਜਾਂ ਰਾਈਟ ਟੂ ਸਰਵਿਸ ਦਾ ਜਿਹੜਾ ਇੱਕ ਚੇਅਰਮੈਨ ਦਾ ਅਹੁਦਾ ਖਾਲੀ ਹੈ ਕਿ ਉਹਦੇ ਲਈ ਵੀ ਉਹਨਾਂ ਨੇ ਐਪਲੀਕੇਸ਼ਨ ਮੂਵ ਕੀਤੀ ਹੈ। ਔਰ ਇਹਨਾਂ ਦੋਵਾਂ ਅਹੁਦਿਆਂ ਲਈ ਕੀ ਵੀਕੇ ਜੰਜੂਆ ਵੀ ਦਿਲਚਸਪੀ ਰੱਖ ਰਿਹਾ ਔਰ ਉਹ ਵੀ ਉਹਨਾਂ ਘੇਰਿਆਂ ਚੋਂ ਜਿਨ੍ਹਾਂ ਦੇ ਵਿੱਚ ਉਹਨਾਂ ਦੀ ਨਿਯੁਕਤੀ ਹੁੰਦੀ ਹੈ ਔਰ ਜਿਨ੍ਹਾਂ ਘੇਰਿਆਂ ਨਾਲ ਉਹ ਰੋਜ਼ ਰਿਪੋਰਟ ਕਰਦੇ ਰਹੇ ਆ ਉਹਨਾਂ ਨਾਲ ਸੰਪਰਕ 'ਚ ਨੇ। ਫਿਰ ਇਹ ਸ਼ਰੀਕੇਬਾਜ਼ੀ ਅੱਗੇ ਵੀ ਚੱਲੂਗੀ, ਇਹ ਕੰਪੀਟੀਸ਼ਨ ਬਣੂਗਾ। ਇਸ ਕੰਪੀਟੀਸ਼ਨ ਦੇ ਵਿੱਚ ਲੜਾਈ 'ਚ ਕੋਈ ਬਾਹਰੋਂ ਵੀ ਆ ਸਕਦਾ। ਇਹ ਸਵਾਲ ਤਾਂ ਐਡਰੈਸ ਹੋਣਗੇ ਅਗਲੇ ਦਿਨਾਂ 'ਚ, ਪਰ ਸਵਾਦ ਕਾਫੀ ਆ। ਮੈਂ ਇੰਦਰਪ੍ਰੀਤ ਜੀ, ਮਨਪ੍ਰੀਤ ਬਾਦਲ ਦੇ ਕੱਲ ਦੇ ਮੁੱਖ ਮੰਤਰੀ ਦੇ ਭਾਸ਼ਣ ਤੋਂ ਬਾਅਦ ਦੇ ਹਮਲੇ ਤੇ ਜਾਣਾ ਚਾਹੁੰਦਾ ਹੈ। ਕੋਈ ਅਤੀਤ ਦੇ ਐਸੇ ਤਜਰਬੇ ਤੁਸੀਂ ਦੇਖੇ ਨੇ ਇਸ ਤਰ੍ਹਾਂ ਦੀ ਪੋਲਿਟਿਕਸ ਦੇ ਵਿੱਚ ਜਿੱਥੇ ਮਨਪ੍ਰੀਤ ਬਾਦਲ ਨੇ ਖੁੰਦਕ ਖਾ ਕੇ ਖਿੱਚ ਕੇ ਤੇ ਫਿਰ ਕੋਈ ਐਕਸ਼ਨ ਲਿਆ ਹੋਵੇ, ਜਵਾਬ ਦਿੱਤੇ ਹੁਣ, ਲੜਾਈ ਲੜੀ ਹੋਵੇ, ਤਾਂ ਕਿ ਅਸੀਂ ਸਮਝ ਸਕੀਏ। ਤੁਸੀਂ ਨਿੱਜੀ ਤੌਰ ਤੇ ਵੀ ਉਹਨਾਂ ਨਾਲ ਕਾਫੀ ਸੰਪਰਕ 'ਚ ਰਹੇ ਹੋ, ਮੇਰਾ ਵੀ ਉਹਨਾਂ ਨਾਲ ਸੰਪਰਕ ਰਿਹਾ, ਭਾਸਕਰ ਸਾਹਿਬ ਦੇ ਉਹ ਬੜੇ ਪਿਆਰੇ ਦੋਸਤ ਰਹੇ ਨੇ। ਸੋ ਮੈਂ ਚਾਹੂੰਗਾ ਕਿ ਮਨਪ੍ਰੀਤ ਦੇ ਸੁਭਾਅ ਦੇ ਨਜ਼ਰੀਏ ਤੋਂ ਕੱਲ ਜੋ ਉਹਨਾਂ ਕਿਹਾ, ਇਸ ਨਜ਼ਰੀਏ ਤੋਂ ਆਉਂਦੇ ਦਿਨਾਂ 'ਚ ਕੁਝ ਐਕਸ਼ਨ ਰਿਐਕਸ਼ਨ ਜੇ ਹੋ ਸਕਦਾ ਹੋਵੇ ਤਾਂ ਤਸਵੀਰ ਬਣਾਇਓ। ਰੰਧਾਵਾ ਸਾਹਿਬ ਦੇਖੋ, ਮੈਂ ਮਨਪ੍ਰੀਤ ਬਾਦਲ ਨੂੰ ਕਾਫੀ ਅਰਸੇ ਤੋਂ ਜਾਣਦਾ। ਜਦੋਂ 97 ਚ ਮੈਂ ਖੈਰ ਪਹਿਲੀ ਵਾਰ ਉਹਨਾਂ ਨੂੰ 97 ਵਾਲੇ ਇਲੈਕਸ਼ਨ ਦੇ ਵਿੱਚ ਮੈਂ ਉਹਨਾਂ ਦਾ ਕਵਰ ਕੀਤਾ ਸੀ, ਮੈਂ ਉਹਨਾਂ ਨਾਲ ਉਦੋਂ ਗਿਆ ਸੀ, ਉਦੋਂ ਦਾ ਹੀ ਮੈਂ ਜਾਣਦਾ ਉਹਨਾਂ ਨੂੰ, ਕਿਉਂਕਿ ਮੈਂ ਵੀ ਬਠਿੰਡੇ ਪੋਸਟਿੰਗ ਸੀ ਔਰ ਗਿੱਦੜਬਾਹਾ ਜਿਹੜਾ ਹੈਗਾ ਉਹ ਮੇਰੇ ਕੋਲ ਸੀ, ਮੇਰਾ ਕਵਰੇਜ ਖੇਤਰ ਸੀ ਉਹ। ਸੋ ਜਿਹੜੀ ਪਰ ਉਸ ਤੋਂ ਬਾਅਦ ਜਦੋਂ ਦਾ ਚੰਡੀਗੜ੍ਹ ਆਇਆ, ਮੈਂ ਉਹਨਾਂ ਨੂੰ ਕਾਫੀ ਟਾਈਮ ਤੋਂ, ਜਦੋਂ ਓਪੋਜੀਸ਼ਨ 'ਚ ਸੀਗੇ ਅਕਾਲੀ ਦਲ ਵੇਲੇ 2002 ਤੇ 2007 ਵਾਲੀ ਸਰਕਾਰ ਦੇ ਵਿੱਚ, ਮੈਂ ਉਹਨਾਂ ਨੂੰ ਵੀ ਦੇਖਿਆ। ਪਰ ਮੈਂ ਗੱਲ ਕਰੂੰਗਾ ਪਿਛਲੀ ਵਾਲੀ ਜਿਹੜੀ ਆ ਲਾਸਟ ਗਵਰਨਮੈਂਟ ਦੇ ਵਿੱਚ ਜਿਹੜਾ ਇੱਕ ਨਿੱਜੀ ਤਜਰਬਾ ਮੈਨੂੰ ਹੋਇਆ ਇਸੇ ਕਿਸਮ ਦੀ ਲੜਾਈ, ਪਰ ਉਦੋਂ ਬਿਲਕੁਲ ਪਰਿਵਾਰਕ ਸੀ, ਉਹ ਸ਼ਰੀਕੇਬਾਜ਼ੀ 'ਚ ਤੁਸੀਂ ਕਹਿ ਲਓ, ਬਾਦਲ ਪਰਿਵਾਰ ਦੇ ਆਪਸ 'ਚ ਸੀ। ਉਦੋਂ ਮੈਂ ਦੇਖਿਆ ਬਿਕਰਮ ਮਜੀਠੀਆ ਹੋਰਾਂ ਨੂੰ, ਕਿਉਂਕਿ ਉਹ ਓਪੋਜੀਸ਼ਨ 'ਚ ਸੀ, ਮਨਪ੍ਰੀਤ ਬਾਦਲ ਹੋਣੀ ਸੱਤਾ ਦੇ ਵਿੱਚ ਸੀ। ਬਿਕਰਮ ਮਜੀਠੀਆ ਹੋਰਾਂ ਨੇ ਵਿਕਰਮ ਦੀ ਇੱਕ ਖਾਸੀਅਤ ਹੈ, ਉਹ ਬਹੁਤ ਛੋਟੀ ਜੀ ਲਾਈਨ ਕਰਕੇ ਕਿਸੇ ਨੂੰ ਵੀ ਬਹੁਤ ਜ਼ਿਆਦਾ ਪ੍ਰਵੋਕ ਕਰ ਦਿੰਦੇ, ਬਹੁਤ ਹੀ ਜ਼ਿਆਦਾ। ਤੇ ਉਹ ਮੈਂ ਕਾਫੀ ਟਾਈਮ ਤੋਂ ਦੇਖਦਾ ਹੁੰਦਾ ਸੀ, ਜਦੋਂ ਉੱਥੇ ਅਸੀਂ ਉੱਪਰ ਪ੍ਰੈਸ ਗੈਲਰੀ 'ਚ ਬੈਠਦੇ ਸੀਗੇ ਤਾਂ ਕਿਵੇਂ ਉਹ ਟੋਭਾਂ ਜਿਹੀਆਂ ਮਾਰਦੇ ਆ, ਕਈ ਵਾਰ ਬਹੁਤ ਨਿੱਜੀ ਹੋ ਜਾਂਦੀਆਂ ਸੀਗੀਆਂ, ਇੰਨੀਆਂ ਨਿੱਜੀ ਕਿ ਮੈਂ ਪਹਿਲੀ ਵਾਰ ਦੇਖਿਆ ਜਦੋਂ
ਮਨਪ੍ਰੀਤ ਬਾਦਲ ਆਪਣਾ ਜਿਹਨੂੰ ਕਹਿੰਦੇ ਹੁੰਦੇ ਨਾ ਵੀ ਸਾਰਾ ਜਿਹੜਾ ਸਬਰ ਹੁੰਦਾ ਉਹ ਤੋੜ ਗਏ ਤੇ ਉਹਨਾਂ ਨੇ ਪਰ ਫਿਰ ਉਹ ਉਸ ਤੋਂ ਵੀ ਜ਼ਿਆਦਾ ਨਿੱਜੀ ਹੋ ਗਏ ਔਰ ਉਹਨਾਂ ਨੇ ਬਾਦਲ ਪਰਿਵਾਰ ਬਾਰੇ ਜਿਹੜੀਆਂ ਫਿਰ ਗੱਲਾਂ ਕੀਤੀਆਂ ਉਹ ਮੈਨੂੰ ਲੱਗਦਾ ਵੀ ਸ਼ਾਇਦ ਹੀ ਕਿਸੇ ਨੂੰ ਪਤਾ ਹੋਣ ਕਿਉਂਕਿ ਇਹ ਤਾਂ ਉਹਨਾਂ ਨੂੰ ਹੀ ਪਤਾ ਹੋਣਗੇ ਨਾ ਜਿਹੜੇ ਪਰਿਵਾਰ ਦੇ ਅੰਦਰ ਦੇ ਬੰਦੇ ਨੇ ਦੂਜਿਆਂ ਨੂੰ ਕਿਵੇਂ ਪਤਾ ਹੋਊਗਾ ਪਰ ਉਹਨਾਂ ਨੇ ਫਿਰ ਜਿਹੜੀਆਂ ਬਹੁਤ ਨਿੱਜੀ ਗੱਲਾਂ ਕੀਤੀਆਂ ਉਹ ਮਤਲਬ ਜਿਵੇਂ ਉਹਨਾਂ ਨੇ ਕਿਹਾ ਕਿ ਤੁਸੀਂ ਜਿਹੜੀ ਬੀਬੀ ਬਾਦਲ ਸੀਗੀ ਉਹਨਾਂ ਦਾ ਭੋਗ ਦੇ ਉੱਤੇ ਵੀ ਤੁਸੀਂ ਲੰਗਰ ਲਈ ਵੀ ਪੈਸਾ ਨਹੀਂ ਜੁਟਾ ਸਕੇ ਉਹ ਐਸਜੀਪੀਸੀ ਤੋਂ ਆਇਆ ਤੁਹਾਡੇ ਕੋਲ ਇੱਕ ਛੋਟੀ ਜਿਹੀ ਟੁੱਚੀ ਜਿਹੀ ਕਾਰ ਹੁੰਦੀ ਸੀ ਹੁਣ ਅੱਜ ਤੁਹਾਡੇ ਕੋਲ ਵੱਡਾ ਐਮਪਾਇਰ ਹੈ ਕਿਵੇਂ ਆ ਬਣ ਗਿਆ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿੱਜੀ ਗੱਲਾਂ ਉਹਨਾਂ ਨੇ ਫਿਰ ਕੀਤੀਆਂ ਤੇ ਮਤਲਬ ਮੈਨੂੰ ਐ ਲੱਗਿਆ ਵੀ ਜਿਵੇਂ ਪੂਰੀ ਵਿਧਾਨ ਸਭਾ ਸੰਨ ਕਰਕੇ ਰਹਿ ਗਈ ਹੋਵੇ ਤੇ ਸਾਰੇ ਮਤਲਬ ਇਹ ਸੀਗੇ ਕਿ ਯਾਰ ਵੀ ਇੰਨੀਆਂ ਨਿੱਜੀ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿੰਨੀਆਂ ਨਿੱਜੀ ਗੱਲਾਂ ਤੇ ਮਨਪ੍ਰੀਤ ਬਾਦਲ ਉਤਰੇ ਹੋਏ ਆ ਤਾਂ ਵੀ ਇਹੀ ਸੀ ਚਰਚਾ 'ਚ ਬਹਿਸ 'ਚ ਇਹੀ ਸੀ ਵੀ ਕੀ ਇਹ ਸ਼ੁਰੂਆਤ ਮਨਪ੍ਰੀਤ ਬਾਦਲ ਨੇ ਕੀਤੀ ਹੈ ਜਾਂ ਉਹਨਾਂ ਨੂੰ ਉਕਸਾਇਆ ਗਿਆ ਤਾਂ ਉਹਨਾਂ ਨੇ ਕੀਤੀ ਹੈ ਹੁਣ ਸੇਮ ਹੀ ਪੋਜੀਸ਼ਨ ਇੱਥੇ ਭਗਵੰਤ ਮਾਨ ਹੋਣਾ ਦੀ ਹੈਗੀ ਕੱਲ ਵੀ ਜਿਹੜਾ ਤੁਸੀਂ ਅਗਰ ਸੁਣੋ ਮਨਪ੍ਰੀਤ ਬਾਦਲ ਦਾ ਤਾਂ ਉਹਨਾਂ ਨੇ ਕਿਹਾ ਵੀ ਮੇਰੇ ਕੋਲ ਫਿਰ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਵੀ ਫਿਰ ਤੁਸੀਂ ਰੁੜਦੇ ਹੋਏ ਨਜ਼ਰ ਆਓਗੇ ਸੋ ਇਹ ਤੇ ਸ਼ਬਦ ਮਤਲਬ ਕੀ ਉਸੇ ਤਰ੍ਹਾਂ ਦੀ ਕੋਈ ਪਰਿਵਾਰਿਕ ਨਿੱਜੀ ਜਾਣਕਾਰੀਆਂ ਮਨਪ੍ਰੀਤ ਬਾਦਲ ਕੋਲ ਹੈਗੀਆਂ ਨੇ ਜਿਨ੍ਹਾਂ ਦੀ ਉਹਨੇ ਭਗਵੰਤ ਮਾਨ ਹੋਣਾ ਨੂੰ ਧਮਕੀ ਦਿੱਤੀ ਹੈ ਕਿਉਂਕਿ ਭਗਵੰਤ ਮਾਨ ਵੀ ਉਹਨਾਂ ਨਾਲ ਜਦੋਂ ਪੀਪੀ 'ਚ ਲੈ ਕੇ ਆਏ ਸੀ ਮਨਪ੍ਰੀਤ ਬਾਦਲ ਹੋਣੀ ਤਾਂ ਉਹਨਾਂ ਨਾਲ ਬਹੁਤ ਗੂੜੇ ਤੇ ਪ੍ਰਗਾੜ ਰਿਸ਼ਤੇ ਸੀ ਤੇ ਪਰਿਵਾਰਿਕ ਰਿਸ਼ਤੇ ਸੀ ਉਹਨਾਂ ਦਾ ਭਗਵੰਤ ਮਾਨ ਹੋਣਾ ਦਾ ਬੇਟਾ ਵੀ ਉਹਨਾਂ ਨੂੰ ਤਾਇਆ ਹੀ ਕਹਿੰਦਾ ਮਨਪ੍ਰੀਤ ਬਾਦਲ ਹੋਣਾ ਨੂੰ ਤਾਂ ਉਹ ਰਿਸ਼ਤੇ ਬੜੇ ਪ੍ਰਗਾੜ ਨੇ ਜਦੋਂ ਕੋਈ ਦਿੱਕਤ ਆਉਂਦੀ ਹੈ ਤਾਂ ਮੇਰੇ ਖਿਆਲ ਉਦੋਂ ਉਹਨਾਂ ਕੋਲ ਹੀ ਜਾਂਦੇ ਆ ਤਾਂ ਕੀ ਉਦਾਂ ਦੀਆਂ ਕੋਈ ਜਾਣਕਾਰੀਆਂ ਮਤਲਬ ਮਨਪ੍ਰੀਤ ਬਾਦਲ ਕੋਲੇ ਹੈਗੀਆਂ ਨੇ ਜਿਹਦੇ ਬਾਰੇ ਉਹਨਾਂ ਨੇ ਉੱਥੇ ਕਿਹਾ ਕੱਲ ਧਮਕੀ ਦਿੱਤੀ ਹੈ ਤੇ ਕੱਲ ਲਾਸਟ ਦੇ ਵਿੱਚ ਉਹਨਾਂ ਨੇ ਇੱਕ ਲਾਈਨ ਹੋਰ ਵੀ ਕਹੀ ਹੈ ਵੀ ਮੈਂ ਹੁਣ ਇਸ ਤੋਂ ਬਾਅਦ ਕੋਈ ਜਵਾਬ ਨਹੀਂ ਦਊਂਗਾ ਇਹ ਬਸ ਮੇਰਾ ਆਖਰੀ ਸੀ ਉਸ ਤੋਂ ਬਾਅਦ ਤਾਂ ਫਿਰ ਹੁਣ ਦੂਜੀ ਲੜਾਈ ਚੱਲੇਗੀ ਸੋ ਇਹ ਮੈਂ ਸਾਰੇ ਉਸ ਨਜ਼ਰੀਏ ਤੋਂ ਦੇਖਦਾ ਤਾਂ ਮੈਨੂੰ ਲੱਗਦਾ ਹੈ ਵੀ ਮਨਪ੍ਰੀਤ ਬਾਦਲ ਹੋਣਾ ਕੋਲੇ ਬਿਲਕੁਲ ਪੱਕੇ ਤੌਰ ਤੇ ਕੋਈ ਭਗਵੰਤ ਮਾਨ ਦੀਆਂ ਬਹੁਤ ਨਜ਼ਦੀਕੀ ਜਿਹੜੀਆਂ ਜਿਹਨੂੰ ਕਹਿੰਦੇ ਬਹੁਤ ਗੂੜੀਆਂ ਜਾਣਕਾਰੀਆਂ ਹੈਗੀਆਂ ਨੇ ਜਿਨ੍ਹਾਂ ਨੂੰ ਉਹ ਮਤਲਬ ਸਾਰਵਜਨਿਕ ਕਰਨ ਦੀ ਉਹਨਾਂ ਨੇ ਕੱਲ ਧਮਕੀ ਦਿੱਤੀ ਹੈ ਅਦਰਵਾਈਜ਼ ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਇੱਕ ਤਰ੍ਹਾਂ ਦਾ ਕਿਹਾ ਵੀ ਤੂੰ ਚੁੱਪ ਹੋ ਜਾ ਹੁਣ ਨਹੀਂ ਤਾਂ ਫਿਰ ਮੈਂ ਵੀ ਆਪਣੀ ਆਈ ਤੇ ਆਇਆ ਤਾਂ ਫਿਰ ਮੈਂ ਬਹੁਤ ਕੁਝ ਸੁਣਾਉਂਗਾ ਭਾਸਕਰ ਸਾਹਿਬ ਜੇ ਮੈਂ ਬੋਲਿਆ ਲੋਕਾਂ ਨੂੰ ਥਾਂ ਨਹੀਂ ਲੱਭਣੀ ਮੇਰੀ ਗੱਡੀ ਦੀ ਡਿੱਗੀ 'ਚ ਰੁੜਦੇ ਫਿਰਦੇ ਹੁੰਦੇ ਸੀ ਤੁਸੀਂ ਤੇ ਤੀਜਾ ਸਵਾਲ ਜਿਹੜਾ ਮੁੱਖ ਮੰਤਰੀ ਦੇ ਸਵਾਲ ਦੇ ਜਵਾਬ 'ਚ ਉਹਨਾਂ ਦਿੱਤਾ ਜਿੱਥੇ ਮੁੱਖ ਮੰਤਰੀ ਨੇ ਕਿਹਾ ਸੀ ਮੁਗਲ ਆਏ ਇਹ ਮੁਗਲਾਂ ਨਾਲ ਅੰਗਰੇਜ਼ ਆਏ ਅੰਗਰੇਜ਼ਾਂ ਨਾਲ ਕਾਂਗਰਸ ਨਾਲ ਕਿਹਦੇ ਨਾਲ ਬੀਜੇਪੀ ਨਾਲ ਕੋਈ ਛੱਡਿਆ ਜੇ ਤੇ ਮੈਨੂੰ ਲੱਗਦਾ ਉਹਨਾਂ ਨੇ ਕਿਹਾ ਵੀ ਇਹ ਕੀ ਹੈ ਜੀ ਇਹ ਕੀ ਕਹਿ ਰਹੇ ਹੋ ਤੁਸੀਂ ਜੀ ਮੁਗਲਾਂ ਨਾਲ ਅੰਗਰੇਜ਼ਾਂ ਨਾਲ ਤੇ ਮੇਰਾ ਮੂੰਹ ਨਾ ਖਿਲਾਓ ਜੀ ਇਹ ਗੱਲ ਮੈਨੂੰ ਲੱਗਦਾ ਮਨਪ੍ਰੀਤ ਬਾਦਲ ਨੇ ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਨੂੰ ਇੱਥੋਂ ਸ਼ੁਰੂ ਕਰਕੇ ਕਿ ਤੁਸੀਂ ਜਿਹੜੀ ਮੈਨੂੰ ਧਮਕੀ ਦੇ ਰਹੇ ਹੋ ਤੇ ਆਪ ਵੀ ਕੱਲ ਧਮਕੀ ਤੇ ਖਤਮ ਕੀਤੀ ਹੈ ਵੀ ਜੇ ਇਦਾਂ ਤੇ ਇਦਾਂ ਹੀ ਸਹੀ ਤੁਸੀਂ ਕਿਵੇਂ ਸਮਝਿਆ ਮਨਪ੍ਰੀਤ ਨੂੰ ਜੀ ਦੇਖੋ ਇਸ ਗੱਲ ਨੂੰ ਸਮਝਣ ਵਾਸਤੇ ਤਿੰਨ ਤਰੀਕੇ ਹੈਗੇ ਨੇ ਇੱਕ ਤੇ ਮਨਪ੍ਰੀਤ ਤੇ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੀ ਜਿਹੜੀ ਅੱਜ ਕੱਲ ਬਹਿਸ ਚੱਲ ਰਹੀ ਹੈ ਜਿੱਦਾਂ ਦੋ ਮਾੜੀ ਜਨਾਨੀਆਂ ਨਹੀਂ ਲੜਦੀ ਹੁੰਦੀ ਵੀ ਮੈਂ ਤੇਰੀ ਪੋਲ ਖੋਲ ਦੂੰਗਾ ਮੈਂ ਤੇਰੀ ਪੋਲ ਖੋਲ ਦੂੰਗਾ ਜਿਹਦਾ ਜ਼ਿਕਰ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਕੀਤਾ ਵੀ ਸੀ ਕਿਉਂਕਿ ਦੋਨੋਂ ਇੱਕੋ ਗੱਡੀ 'ਚ ਘੁੰਮਦੇ ਸੀਗੇ ਤੇ ਉਸ ਗੱਡੀ ਦੇ ਵਿੱਚ ਕਈ ਗੱਲਾਂ ਸਾਂਝੀ ਹੁੰਦੀਆਂ ਔਰ ਸਾਂਝੀ ਗੱਲਾਂ ਨੂੰ ਹੁਣ ਉਜਾਗਰ ਕਰਨ ਦੀ ਇੱਕ ਧਮਕੀ ਜੀ ਦਿੱਤੀ ਜਾ ਰਹੀ ਹੈ ਕਿ ਜੇ ਮੈਂ ਕੁਝ ਗੱਲਾਂ ਕਹਿਤੀਆਂ ਤੇ ਫਿਰ ਛੁਪਣ ਦੀ ਲੁਕਣ ਦੀ ਥਾਂ ਨਹੀਂ ਮਿਲੇਗੀ ਪੰਜਾਬ ਦੇ ਵਿੱਚ ਦੂਜੇ ਪਾਸੇ ਮੁੱਖ ਮੰਤਰੀ ਉਸ ਤਰੀਕੇ ਦੀ ਹੀ ਗੱਲ ਕਰਦੇ ਨੇ ਜਿਸ ਤਰੀਕੇ ਨਾਲ ਉਹਨਾਂ ਨੇ ਪੂਰਬ ਮੁੱਖ ਮੰਤਰੀ ਚੰਨੀ ਉਹਨਾਂ ਨੂੰ ਚੈਲੰਜ ਕੀਤਾ ਸੀ 31 ਤਰੀਕ ਨੂੰ 2 ਵਜੇ ਤੱਕ ਜੇ ਨਹੀਂ ਦੱਸੋਗੇ ਤਾਂ ਮੈਂ ਦੱਸ ਦੂੰਗਾ ਪਰ ਉਹ ਦੱਸਣ ਤੋਂ ਬਾਅਦ ਅੱਜ ਤੱਕ ਹੋਇਆ ਕੀ ਯਾਨੀ ਚੰਨੀ ਉਹਨਾਂ ਦੇ ਖਿਲਾਫ ਉਸ ਮੁੱਦੇ ਦੇ ਉੱਤੇ ਕੋਈ ਕੇਸ ਨਹੀਂ ਹੋਇਆ ਕਿ ਇਹ ਲੜਾਈ ਵੀ ਏਦਾਂ ਹੀ ਹੈ ਮਤਲਬ ਫੋਕੀ ਗੋਲੀਆਂ ਇੱਕ ਦੂਜੇ ਨੂੰ ਤੁਸੀਂ ਚੈਲੰਜ ਕਰਦੇ ਰਹੋ ਤਾਂ ਕੁਝ ਕਰੋ ਨਾ ਹੁਣ ਜੇ ਬਠਿੰਡੇ ਵਾਲੇ ਭਾਸਕਰ ਸਾਹਿਬ ਜੇ ਚੰਨੀ ਸਾਹਿਬ ਸੁਣਦੇ ਹੋਏ ਨਾ ਤੇ ਉਹਨਾਂ ਕਹਿਣਾ ਕਿਉਂ ਭਰਾਵਾ ਦੱਬੇ ਮੁਰਦੇ ਉਖਾੜੀ ਜਾਂਦਾ ਜੇ ਉਹ ਚੁੱਪ ਆ ਤੇ ਕਿਉਂ ਯਾਦ ਕਰਾਉਂਦੇ ਨਾ ਹੋਵੇ ਸਵੇਰ ਨੂੰ ਮੇਰੇ ਦੁਆਲੇ ਤੇਸਾ ਘੋੜਾ ਕੱਢ ਕੇ ਬਹਿ ਜਾਣ ਵੀ ਹਾਂ ਅਸੀਂ ਦੇਤੀ ਜੀ ਐਪਲੀਕੇਸ਼ਨ ਮੈਂ ਤੇ ਅੱਗੇ ਵਿਜੀਲੈਂਸ ਤੇ ਗੇੜੇ ਮਾਰਦਾ ਫਿਰਦਾ ਤੇ ਤੁਸੀਂ ਹੋਰ ਚੰਦ ਚਾੜਨ ਨੂੰ ਫਿਰਦੇ ਹੋ ਹੁਣ ਗੱਲ ਜਾਰੀ ਰੱਖੋ ਨਹੀਂ ਦੇਖੋ ਤੁਸੀਂ ਇਹ ਲੜਾਈ ਚੱਲ ਗਈ ਰਹੀ ਹੈ ਜਿੱਦਾਂ ਦੋਨੋਂ ਫੋਕੀ ਗੋਲੀਆਂ ਜੀ ਨਹੀਂ ਚਲਾਈ ਜਾਂਦੇ ਜਿੱਦਾਂ ਇੱਕ ਦੂਜੇ ਦੇ ਘਰ ਦੇ ਬਾਹਰ ਜਾ ਕੇ ਦਬਕੇ ਮਾਰਦੇ ਹੋਣ ਕਿ ਦੇਖ ਮੈਂ ਤੇਰੀ ਗੱਲਾਂ ਦੱਸ ਦੂੰਗਾ ਨਹੀਂ ਤੇ ਮੈਂ ਤੇਰੀ ਦੱਸ ਦੂੰਗਾ ਮੁੱਖ ਮੰਤਰੀ ਸਾਹਿਬ ਤੁਹਾਡੇ ਕੋਲ ਪਾਵਰ ਹੈਗੀ ਆ ਜਿਹਦਾ ਜ਼ਿਕਰ ਮਨਪ੍ਰੀਤ ਉਹਨਾਂ ਵੀ ਕਰਦੇ ਨੇ ਜੇ ਮਨਪ੍ਰੀਤ ਉਹਨਾਂ ਗਲਤ ਨੇ ਤੇ ਕਰੋ ਉਜਾਗਰ ਉਹ ਗੱਲਾਂ ਕਰੋ ਉਹ ਕਲੇਮ ਕਾਊਂਟਰ ਕਲੇਮ ਕਿ ਉਹ ਕਹਿੰਦੇ ਤੇਲ ਨਹੀਂ ਪਵਾਉਂਦਾ ਸਿਕਿਉਰਿਟੀ ਨਹੀਂ ਲੈਂਦਾ ਇਮਾਨਦਾਰ ਮੇਰੇ ਵਰਗਾ ਕੋਈ ਹੈ ਹੀ ਨਹੀਂ ਜੇ ਪੀਪੀਪੀ ਦੇ ਆਦਰਸ਼ਾਂ ਤੇ ਕੋਈ ਖੜਾ ਹੈ ਤੇ ਉਹ ਮਨਪ੍ਰੀਤ ਬਾਦਲ ਖੜਾ ਹੈ ਔਰ ਜਿਹੜਾ ਕੋਈ ਨਹੀਂ ਖੜਾ ਤੇ ਉਹ ਭਗਵੰਤ ਮਾਨ ਨਹੀਂ ਖੜਾ ਸ਼ਹਿਜ਼ਾਦਾ ਹੈਲੀਕਾਪਟਰ ਦੇ ਵਿੱਚ ਘੁੰਮਦਾ ਇਹ ਸਾਰੀ ਗੱਲਾਂ ਉਹਨਾਂ ਨੇ ਕਹਿ ਦਿੱਤੀ ਹੈ ਹੁਣ ਜਵਾਬ ਤੇ ਹੁਣ
ਭਗਵੰਤ ਮਾਨ ਉਹਨਾਂ ਦਾ ਬਣਦਾ ਹੈ। ਉਹ ਜਵਾਬ ਗੱਲਾਂ ਦੇ ਰਾਹੀਂ ਨਹੀਂ ਬਣਦਾ, ਉਹ ਵੀ ਉਹ ਕੋਈ ਹਵਾਈ ਜੀ ਗੋਲੀ ਜੀ ਚਲਾ ਕੇ ਕਹਿ ਦੇਣਗੇ ਵੀ ਚੱਲ ਗਈ, ਮੇਰਾ ਸ਼ਾਟ ਆਇਆ। ਹੁਣ ਇਹ ਲੜਾਈ ਨਿਰਣਾਇਕ ਦੌਰ ਤੇ ਹੈ। ਜੇ ਮਨਪ੍ਰੀਤ ਬਾਦਲ ਉਹਨਾਂ ਬੇਈਮਾਨ ਹੈਗੇ ਨੇ, ਅਗਰ ਉਹ ਇਮਾਨਦਾਰ ਹੈਗੇ ਨੇ, ਤੇ ਫਿਰ ਉਹਨਾਂ ਨੂੰ ਏਦਾਂ ਦੀ ਧਮਕੀਆਂ ਨਾ ਦਿਓ, ਕਿਉਂਕਿ ਨੁਕਸਾਨ ਤੁਹਾਡਾ ਵੀ ਹੋ ਸਕਦਾ। ਜੇ ਉਹ ਵਾਕਈ ਬੇਈਮਾਨ ਹੈਗੇ ਨੇ ਤੇ ਤੁਸੀਂ ਕਾਨੂੰਨੀ ਤੌਰ ਤੇ ਐਕਸ਼ਨ ਲਓ। ਇਹ ਧਮਕੀਆਂ ਕੀ ਹੈ ਕਿ ਮੈਂ ਕਿੰਨੂ ਦੇ ਬਾਗ, ਤੁਹਾਡੇ ਕਿੰਨੂਆਂ ਦਾ ਇੱਕ ਕਿੰਨੂ ਦਾ ਪਤਾ ਹੈ। ਮੈਨੂੰ ਇਹ ਲੱਗਦਾ ਹੈ ਇਨਡਾਇਰੈਕਟ ਲੜਾਈ ਲੜਨ ਦੀ ਬਜਾਏ ਇਹ ਹੁਣ ਲੜਾਈ ਡਾਇਰੈਕਟ ਦੌਰ ਦੇ ਵਿੱਚ ਆਣੀ ਚਾਹੀਦੀ ਹੈ। ਜੇ ਭਾਸਕਰ ਸਾਹਿਬ ਮਤਲਬ ਤੁਸੀਂ ਕੀ ਮੰਗ ਕਰ ਰਹੇ ਹੋ? ਤੁਹਾਡਾ ਕੀ ਮੰਨਣਾ ਹੈ ਵੀ ਹੁਣ ਮੁੱਖ ਮੰਤਰੀ ਨੂੰ ਚਾਹੀਦਾ ਕਿ ਉਹ FIR ਦੀ ਗੱਲ ਤਾਂ ਕਹਿ ਚੁੱਕੇ ਆ। ਪਹਿਲੀ ਗੱਲ ਤੇ FIR ਜਿਹੜੀ ਉਹ ਪ੍ਰਗਟ ਕਰਨ, ਬਠਿੰਡੇ ਵਿਜੀਲੈਂਸ ਵਾਲੇ ਪ੍ਰੈਸ ਕਾਨਫਰੰਸ ਕਰ ਦੇਣ 11 ਵਜੇ ਤੱਕ, ਤੇ ਮੁੜ ਕੇ ਮਨਪ੍ਰੀਤ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦੇਣ। ਤੁਸੀਂ ਇਹ ਚਾਹੁੰਦੇ ਹੋ ਵੀ ਨਿਰਣਾਇਕ ਲੜਾਈ ਇੰਝ ਦੀ ਹੋਵੇ? ਮੈਂ ਨਹੀਂ ਚਾਹੁੰਦਾ। ਮੈਂ ਚਾਹੁੰਦਾ ਕਿ ਇਹ ਜਿਹੜੇ ਹਵਾਈ ਫਾਇਰ ਦੇ ਕਰਦੇ ਨੇ ਉਹਦੀ ਕੋਈ ਲੋੜ ਨਹੀਂ ਹੈ। ਤੁਸੀਂ ਮੁੱਖ ਮੰਤਰੀ ਹੋ, ਜੇ ਤੁਹਾਡੇ ਕੋਲ ਕੋਈ ਸਬੂਤ ਹੈਗੇ ਆ ਮਨਪ੍ਰੀਤ ਬਾਦਲ ਉਹਨਾਂ ਦੇ ਖਿਲਾਫ, ਤੇ ਫਿਰ ਕਰੋ ਕਾਰਵਾਈ। ਤੁਹਾਨੂੰ ਕੌਣ ਰੋਕ ਰਿਹਾ? ਮੈਂ ਜਿਹੜੀ ਚੰਨੀ ਉਹਨਾਂ ਦੇ ਨਾਲ ਦੀ ਲੜਾਈ ਨੂੰ ਰੈਫਰੈਂਸ ਕਰਕੇ ਕੀਤਾ ਕਿ ਉਸ ਟਾਈਮ ਵੀ ਗੱਲਾਂ ਕੀਤੀ ਸੀ ਜਿੱਦਾਂ 31 ਤਰੀਕ ਨੂੰ 2 ਵਜੇ ਤੋਂ ਬਾਅਦ ਪਤਾ ਨਹੀਂ ਕੀ ਹੋ ਜਾਏਗਾ, ਪਰ ਉਹ ਇੱਕ ਪ੍ਰੈਸ ਕਾਨਫਰੰਸ ਕਰਕੇ ਅੱਜ ਤੱਕ ਨਾ ਕੋਈ ਕੇਸ ਦਰਜ, ਨਾ FIR ਦਰਜ। ਇਹ ਗੱਲਾਂ ਜਾ ਕਿਸ ਪਾਸੇ ਰਹੀ ਹੈ? ਦੂਜਾ, ਇਸ ਲੜਾਈ ਨੂੰ ਦੂਜੇ ਐਂਗਲ ਨਾਲ ਦੇਖਣਾ ਹੋਏ, ਹੁਣ ਮਨਪ੍ਰੀਤ ਉਹਨਾਂ ਹੈਗੇ ਨੇ ਭਾਜਪਾ ਦੇ ਵਿੱਚ, ਔਰ ਭਾਜਪਾ ਦੇ ਪ੍ਰਧਾਨ ਹੈਗੇ ਨੇ ਸੁਨੀਲ ਜਾਖੜ ਉਹਨਾਂ। ਸੁਨੀਲ ਜਾਖੜ ਉਹਨਾਂ ਆਪਣੀ ਪਾਰਟੀ ਦੇ ਮੈਂਬਰ ਨੂੰ ਬਚਾਉਣ ਵਾਸਤੇ ਇਹ ਜਿਹੜੀ ਵਾਰ ਆਫ ਵਰਡਸ ਚੱਲ ਰਿਹਾ ਨਾ, ਯਾਨੀ ਸ਼ਬਦੀ ਲੜਾਈ ਚੱਲ ਰਹੀ ਹੈ, ਉਹਦੇ ਵਿੱਚ ਉਹ ਹਜੇ ਤੱਕ ਨਹੀਂ ਪਏ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹਨਾਂ ਜਿਹੜੇ ਮਨਪ੍ਰੀਤ ਬਾਦਲ ਉਹਨਾਂ ਦੇ ਭਰਾ ਨੇ, ਔਰ ਪਿਛਲੇ ਦਿਨਾਂ ਦੇ ਵਿੱਚ ਨਜ਼ਦੀਕੀਆਂ ਦੇਖੀ ਵੀ ਗਈ, ਉਹ ਵੀ ਇਸ ਲੜਾਈ ਦੇ ਵਿੱਚ ਨਹੀਂ ਪੈ ਰਹੇ ਕਿ ਉਹ ਆਪਣੇ ਭਰਾ ਦਾ ਵੀ ਸਾਥ ਨਹੀਂ ਦੇ ਰਹੇ ਕਿ ਬੋਲਣ ਆ ਕੇ ਆਪਣੇ ਭਰਾ ਦੇ ਪੱਖ 'ਚ ਹੀ ਕੁਝ ਬੋਲਣ, ਉਹ ਵੀ ਨਹੀਂ ਆ ਰਹੇ। ਕਈ ਵਾਰ ਹੁੰਦਾ ਹੈ ਕਿ ਦੋ ਵਿਅਕਤੀਆਂ ਦੇ ਵਿੱਚ, ਵੱਡੇ ਧਨਾਣਾ ਦੇ ਵਿੱਚ ਕੋਈ ਜਾਂ ਵੱਡੇ ਲੋਕਾਂ ਦੇ ਵਿੱਚ ਲੜਾਈ ਚੱਲਦੀ ਹੈ, ਤੇ ਜਿਹੜੇ ਤੀਜੇ ਬੰਦੇ ਹੁੰਦੇ ਨਾ ਉਹ ਮੰਜੀ ਥੱਲੇ ਚਲੇ ਜਾਂਦੇ ਨੇ ਕਿ ਕਿਤੇ ਕੋਈ ਫਾਇਰ ਸਾਡੀ ਵੱਲ ਨਾ ਆ ਜਾਏ। ਇਹ ਵੀ ਹੋ ਸਕਦਾ ਹੈ ਕਿ ਕਾਰਨ ਕਿ ਕੋਈ ਵੀ ਇਸ ਲੜਾਈ ਦੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ। ਉਹ ਲੜਾਈ ਤੇ ਮਜ਼ਾ ਪੂਰਾ ਪੰਜਾਬ ਲੈ ਰਿਹਾ ਹੈ। ਐਸੇ ਗੱਲ ਕੱਲ ਮਨਪ੍ਰੀਤ ਉਹਨਾਂ ਦੀ ਤੇ ਭਗਵੰਤ ਮਾਨ ਉਹਨਾਂ ਦੀ ਸਟੇਟਮੈਂਟ ਵਾਰ ਹਰ WhatsApp ਵੀਡੀਓ ਦੇ ਵਿੱਚ ਵਾਇਰਲ ਹੋ ਰਹੀ ਸੀਗੀ ਕਿ ਮਨਪ੍ਰੀਤ ਉਹਨਾਂ ਨੇ ਇਹ ਕਿਹਾ ਤੇ ਭਗਵੰਤ ਮਾਨ ਉਹਨਾਂ ਨੇ ਇਹ ਕਿਹਾ। ਹੁਣ ਇਹ ਲੜਾਈ ਅੱਗੇ ਕਿੱਥੇ ਜਾਏਗੀ? ਔਰ ਸਾਡੇ ਵਰਗੇ ਪੱਤਰਕਾਰਾਂ ਨੂੰ ਘੱਟ ਤੋਂ ਘੱਟ 10-15 ਫੋਨ ਜੋ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਮਨਪ੍ਰੀਤ ਬਾਦਲ ਉਹਨਾਂ ਨੇ ਇੱਥੇ ਵੀ ਠੱਗੀ ਟੋਰੀ ਕੀਤੀ, ਇਹ ਵੀ ਕੀਤਾ, ਜਿਹਦੇ ਕੋਈ ਸਬੂਤ ਨਹੀਂ ਸੀ। ਬਿਨਾਂ ਸਬੂਤਾਂ ਤੋਂ ਕੀਤੀ ਹੋਈ ਗੱਲਾਂ ਦਾ ਕਾਨੂੰਨੀ ਤੌਰ ਤੇ ਕੋਈ ਫਾਇਦਾ ਨਹੀਂ ਹੁੰਦਾ। ਹੁਣ ਅਗਰ ਸਬੂਤ ਭਗਵੰਤ ਮਾਨ ਉਹਨਾਂ ਕੋਲ ਹੈਗੇ ਨੇ, ਹੁਣ ਇਹ ਕਿਹੜੀ ਗੱਲਾਂ ਕਰ ਰਹੇ ਨੇ ਕਿ ਮੈਨੂੰ ਸਭ ਪਤਾ ਹੈ ਕਿਨੂਆਂ ਦਾ, ਇਹ ਹੁਣ ਗੱਲਾਂ ਤੋਂ ਅੱਗੇ ਨਿਕਲਣਾ ਚਾਹੀਦਾ ਹੈ। ਮੁੱਖ ਮੰਤਰੀ ਨੂੰ ਮੁੱਖ ਮੰਤਰੀ ਦੀ ਤਰ੍ਹਾਂ ਬਿਹੇਵ ਕਰਨਾ ਚਾਹੀਦਾ ਹੈ। ਔਰ ਜੇ ਮਨਪ੍ਰੀਤ ਬਾਦਲ ਉਹਨਾਂ ਇਮਾਨਦਾਰ ਹੈ ਤੇ ਫਿਰ ਉਹਨਾਂ ਨੂੰ ਡਰਨ ਦੀ ਲੋੜ ਹੀ ਨਹੀਂ। ਇਸ ਗੱਲ ਦਾ ਜ਼ਿਕਰ ਵੀ ਕਰਦੇ ਨੇ ਕਿ ਆ ਜਾਓ, ਮੈਨੂੰ ਜੋ ਮਰਜ਼ੀ ਕਰ ਲਓ, ਕਾਨੂੰਨ ਤੁਹਾਡੇ ਕੋਲ ਹੈ, ਤੁਹਾਡੇ ਕੋਲ ਵਿਜੀਲੈਂਸ ਹੈਗਾ, ਕਰ ਲਓ ਮੇਰਾ ਜੋ ਕੁਝ ਕਰ ਸਕਦੇ ਹੋ। ਇੰਨਾ ਕੁਝ ਚੈਲੰਜ ਕਰਨ ਤੋਂ ਬਾਅਦ ਵੀ ਮੁੱਖ ਮੰਤਰੀ ਸਿਰਫ ਬਿਆਨਬਾਜ਼ੀ ਨਾਲ ਹੀ ਸਾਰੀ ਜਾਣ, ਇਹ ਗੱਲ ਬਣਦੀ ਨਹੀਂ। ਪੰਜਾਬ ਸਭ ਦੇਖ ਰਿਹਾ। ਮੇਰੇ ਕੋਲ ਐਸੀ ਇੱਕ ਸੂਚਨਾ ਹੈ ਕਿ ਬਠਿੰਡਾ ਡਿਵੈਲਪਮੈਂਟ ਅਥਾਰਟੀ 'ਚ ਬਹੁਤ ਕੁਝ ਐਸਾ ਹੁੰਦਾ ਰਿਹਾ, ਉੱਥੇ ਵੀ ਪਟਾਕਾ ਪੈਣ ਵਾਲਾ, ਜਿਹਦੇ ਵਿੱਚ ਇਹ ਸਾਰੀਆਂ ਖਬਰਾਂ ਆ ਰਹੀਆਂ। ਜਦੋਂ ਵਿਜੀਲੈਂਸ ਨੇ ਰਿਕਾਰਡ ਚੱਕਿਆ ਤੇ ਉਸ ਤੋਂ ਬਾਅਦ ਹੋਰ ਵੀ ਪਿਛਲੇ ਸਾਲਾਂ ਦੇ ਝੋਲ ਕਈ ਕੁਝ ਸਾਹਮਣੇ ਆ ਰਿਹਾ। ਸਮੱਸਿਆ ਇੱਕ ਨਹੀਂ, ਸਮੱਸਿਆਵਾਂ ਬਹੁਤ ਨੇ। ਤੁਸੀਂ ਦੁੱਖ ਦੀ ਰਗ ਤੇ ਹੱਥ ਰੱਖ ਕੇ ਭਾਸਕਰ ਸਾਹਿਬ ਮੁਸਕਰਾਉਂਦੇ ਹੋ, ਇਦਾਂ ਨਹੀਂ ਹੁੰਦਾ। ਤੁਹਾਨੂੰ ਲੱਗਦਾ ਹੈ ਕਿ ਮਨਪ੍ਰੀਤ ਬਾਦਲ ਜਿਹੜੇ ਥੋੜੀ ਜਿਹੀ ਚੰਗੀ ਨੀਂਦ ਲੈ ਰਹੇ ਹੋ ਇਹ ਸੋਚ ਕੇ ਕਿ ਯਾਰ ਮੇਰੇ ਮਗਰ ਤਾਂ BJP ਵਾਲੇ ਨਹੀਂ ਆਏ, ਹੋਰ ਦੁਖੀ ਹੋਣ? ਤੁਹਾਨੂੰ ਲੱਗਦਾ ਹੈ ਕਿ ਦੁੱਖ ਦੇ ਵੇਲੇ ਸ਼ਰੀਕ ਭਰਾ ਨਾਲ ਖਲੋਂਦੇ ਨੇ, ਉਹ ਵੀ ਨਹੀਂ ਆਏ, ਇੱਕ ਸਟੇਟਮੈਂਟ ਵੀ ਨਹੀਂ ਦਿੱਤੀ, ਉਹ ਵੀ ਦੁਖੀ ਹੋਣ? ਇੰਜ ਨਹੀਂ ਆਪਾਂ ਕਰਨਾ। ਦੁੱਖ ਤਾਂ ਪਹਿਲਾਂ ਹੀ ਬਥੇਰੇ ਚੰਦਰੇ, ਪਾਸਾ ਨਹੀਂ ਛੱਡਦੇ। ਤੁਸੀਂ ਹੋਰ ਯਾਦ ਕਰਾ ਕਹੀ ਜਾਂਦੇ ਹੋ ਕਿ ਤੁਸੀਂ ਇੱਕੋ ਗੱਡੀ 'ਚ ਘੁੰਮਦੇ ਹੁੰਦੇ ਸੀ, ਕੀ ਹੋ ਗਿਆ? ਇੰਦਰਪ੍ਰੀਤ ਜੀ, ਖਬਰ ਤਾਂ ਇਸ ਕਰਕੇ ਅਹਿਮ ਆ ਕਿ ਪੰਜਾਬ ਨੇ ਬਹੁਤ ਦੇਰ ਦਾ ਇਸ ਗੱਲ ਨੂੰ ਭੋਗਿਆ। ਇੱਥੇ ਯੂਨਿਟ ਲਾਉਣ ਵਾਲੇ, ਇੰਡਸਟਰੀਅਲ ਯੂਨਿਟ ਲਾਉਣ ਵਾਲੇ, ਭਾਵੇਂ ਉਹ ਛੋਟੇ ਸੀ ਵੱਡੇ ਸੀ, ਉਹਨਾਂ ਸਾਰਿਆਂ ਲਈ ਉਦੋਂ ਸੰਕਟ ਪੈਦਾ ਹੋ ਗਿਆ ਜਦੋਂ ਕਈ ਸਾਲ ਪਹਿਲਾਂ ਇੱਥੇ ਗੁਆਂਢੀ ਸੂਬਿਆਂ ਦੇ ਵਿੱਚ ਟੈਕਸ ਹੌਲੀਡੇਜ਼ ਦੇ ਨਾਂ ਤੇ ਉਹਨਾਂ ਨੂੰ ਰਾਹਤ ਪੈਕੇਜ ਮਿਲ ਗਿਆ। ਤੇ ਜਿਹੜੀ ਚੀਜ਼ ਸਾਡੇ ਕੋਲ ਇੱਥੇ ਪ੍ਰੋਡਕਸ਼ਨ ਰੂਪ 'ਚ ਪੈਦਾ ਹੁੰਦੀ ਆ, ਉਹਦੀ ਕੀਮਤ ਪਰਲੇ ਬੰਨੇ ਨਾਲ ਹੀ ਪੰਜਾਬ ਟੱਪਦਿਆਂ ਕਿਸੇ ਪਾਸੇ ਵੀ ਲਾ ਲਓ, ਜੰਮੂ ਕਸ਼ਮੀਰ ਵਾਲੇ ਪਾਸੇ, ਹਿਮਾਚਲ ਵਾਲੇ ਪਾਸੇ, ਉਹਦੀ ਕੀਮਤ 10-20 ਰੁਪਏ ਸਸਤੀ ਹੋ ਜਾਂਦੀ। ਹੁਣ ਜੇ ਗਾਹਕ ਹੈ ਕੋਈ, ਉਹ ਸਸਤੀ ਖਰੀਦੂਗਾ, ਮਾਰਜਨ ਵੀ ਉਹਨਾਂ ਦੇ ਵੱਧ ਰਹਿਣਗੇ। ਸਾਡੇ ਵੱਲ ਕੋਈ ਕਿਉਂ ਆਊਗਾ? ਹੁਣ ਜਿਹੜਾ ਪਾਰਲੀਮੈਂਟ 'ਚ ਸਵਾਲ ਆਇਆ ਕਿ ਜਾਂ ਤਾਂ ਉਹਨਾਂ ਦੀਆਂ ਬੰਦ ਕਰ ਦਿਓ ਟੈਕਸ ਹੌਲੀਡੇਜ਼ ਦੇ ਨਾਂ ਤੇ ਰਿਆਇਤਾਂ, ਜਾਂ ਸਾਨੂੰ ਵੀ ਰਾਹਤ ਦੇ ਦਿਓ। ਅਗਲੇ ਕਹਿੰਦੇ ਨਹੀਂ, ਧੱਕੇ ਨੂੰ ਤਾਂ ਕਹਿੰਦੇ ਆ, ਜ਼ਿਆਦਤੀਆਂ ਇਹਨੂੰ ਤਾਂ ਕਹਿੰਦੇ ਆ। ਜੇ ਉਹ ਪਹਾੜੀ ਸਟੇਟ ਨੇ ਤਾਂ ਇੱਧਰ ਵੀ ਤਾਂ ਇੰਟਰਨੈਸ਼ਨਲ ਬਾਰਡਰ ਲੱਗਦਾ, 2-3 ਲੜਾਈਆਂ ਝੱਲੀਆਂ ਨੇ ਪੰਜਾਬ ਨੇ, ਕੋਈ ਤਾਂ ਰਾਹਤ ਵੇਖੋ।
ਇੱਥੇ ਅੱਤਵਾਦ ਦਾ ਇੱਕ ਦੌਰ, ਖੜਕੂਵਾਦ ਦਾ ਇੱਕ ਦੌਰ ਰਿਹਾ, ਲੋਕਾਂ ਨੇ 15-20 ਸਾਲ ਉਹਦੇ ਵੀ ਨੁਕਸਾਨ ਸਹੇ ਨੇ। ਸੋ ਮੈਨੂੰ ਲੱਗਦਾ ਇੰਦਰਪ੍ਰੀਤ ਜੀ, ਸਾਡੀਆਂ ਜਿਹੜੀਆਂ ਕੇਂਦਰੀ ਸੱਤਾ ਨੇ ਨਾ, ਉਹ ਕੋਈ ਵੀ ਹੋਣ, ਕਾਂਗਰਸ ਰੂਪ 'ਚ ਹੋਵੇ ਜਾਂ ਇਹ ਭਾਜਪਾ ਵਾਲੇ ਹੋਣ, ਇਹਨਾਂ ਨੂੰ ਪੰਜਾਬ ਨਾਲ ਭੋਰਾ ਲਗਾ ਨਹੀਂ, ਕੋਈ ਦਰੇਗ ਨਹੀਂ, ਕੋਈ ਤਰਸ ਨਹੀਂ, ਕੋਈ ਸਥਿਤੀ ਇਹ ਨਹੀਂ, ਕਿਉਂਕਿ ਪੰਜਾਬ ਲੜਦਾ ਹੈ, ਵੱਖ-ਵੱਖ ਮੌਕਿਆਂ ਤੇ ਅਣਖ ਨਾਲ ਖਲੋਂਦਾ। ਮੈਨੂੰ ਲੱਗਦਾ ਤਾਈਓ ਇਹਨਾਂ ਸਾਰੀਆਂ ਧਿਰਾਂ ਨੂੰ ਚੁੱਭੀ ਜਾਂਦਾ। ਮੋਦੀ ਸਾਹਿਬ ਸ਼ਾਇਦ ਕੋਈ ਮਾੜਾ ਮੋਟਾ ਚੰਗਾ ਸੋਚਦੇ, ਪਰ ਆ ਜਿਹੜਾ ਕਿਸਾਨ ਅੰਦੋਲਨ ਨੇ ਆਪਣਾ ਚਿਹਰਾ ਦਿਖਾਇਆ ਵੀ ਤੁਹਾਡੇ ਅੱਗੇ ਅਸੀਂ ਖਲੋ ਸਕਦੇ ਹਾਂ, ਮੈਨੂੰ ਲੱਗਦਾ ਉਹਨਾਂ ਨੂੰ ਪੰਜਾਬ ਹੀ ਖਲੋਤਾ ਨਜ਼ਰ ਆਉਂਦਾ ਹੈ। ਨਹੀਂ ਤੇ ਇਦਾਂ ਨਾ ਕਰਦੇ, ਇੱਕੋ ਸਮਾਨ ਰਾਇਤਾਂ ਤੇ ਰਾਤਾਂ ਹੁੰਦੀਆਂ। ਰੰਧਾਵਾ ਸਾਹਿਬ, ਜਿਹੜਾ ਤੁਸੀਂ ਅੱਜ ਇਹ ਕੁਐਸਚਨ ਉਠਾਇਆ, ਇਹਦਾ ਸਭ ਤੋਂ ਜਿਹੜਾ ਸਕਾਰਾਤਮਕ ਪਹਿਲੂ ਹੈ, ਪੋਜ਼ਿਟਿਵ ਪਹਿਲੂ ਹੈ, ਉਹ ਇਹ ਹੈਗਾ ਕਿ ਇਹ ਸੁਖਬੀਰ ਬਾਦਲ ਹੋਣਾ ਨੇ ਉਠਾਇਆ। ਤੁਹਾਨੂੰ ਯਾਦ ਹੋਊਗਾ ਜਦੋਂ ਇਹ ਫੈਸਲਾ ਲਿਆ ਗਿਆ ਸੀਗਾ ਕਿ ਬਈ ਜਿਹੜੀਆਂ ਟੈਕਸ ਹੌਲੀਡੇਜ਼ ਨੇ ਉਹ ਪਹਾੜੀ ਰਾਜਾਂ ਨੂੰ ਦੇਣੇ ਨੇ, ਉਦੋਂ ਸੁਖਬੀਰ ਬਾਦਲ ਹੀ ਇੰਡਸਟਰੀ ਦੇ ਮਿਨਿਸਟਰ ਸੀਗੇ ਇਸ ਗਵਰਨਮੈਂਟ ਆਫ ਇੰਡੀਆ ਦੇ ਵਿੱਚ, ਚਾਹੇ ਉਹ ਸਟੇਟ ਮਿਨਿਸਟਰ ਸੀ ਉਦੋਂ, ਲੇਕਿਨ ਸੀਗੇ ਉਸ ਸਰਕਾਰ ਦਾ ਇੱਕ ਅਹਿਮ ਹਿੱਸਾ। ਤਾਂ ਉਦੋਂ ਉਹਨਾਂ ਨੇ ਇਸ ਗੱਲ ਦੇ ਉੱਤੇ ਕੋਈ ਵੀ ਜਿਹਨੂੰ ਕਹਿੰਦਾ ਵਿਰੋਧ ਨਹੀਂ ਕੀਤਾ, ਜਦਕਿ ਇਹ ਪਹਿਲਾ ਵਿਰੋਧ ਉਹਨਾਂ ਵੱਲੋਂ ਹੋਣਾ ਚਾਹੀਦਾ ਸੀ ਉੱਥੇ। ਚਲੋ ਕਈ ਵਾਰੀ ਇਹ ਹੁੰਦਾ ਹੈ ਵੀ ਜਦੋਂ ਤੁਸੀਂ ਕੋਈ ਕਦਮ ਦੇ ਉੱਤੇ ਚੁੱਪ ਰਹਿ ਜਾਂਦੇ ਤਾਂ ਬਾਅਦ 'ਚ ਗਲਤੀ ਦਾ ਅਹਿਸਾਸ ਹੁੰਦਾ ਹੈ। ਉਹ ਗਲਤੀ ਦਾ ਅਹਿਸਾਸ ਉਹਨਾਂ ਨੂੰ ਹੋ ਸਕਦਾ ਕਿ ਅੱਜ ਹੋਇਆ ਹੋਵੇ ਤੇ ਉਹਨਾਂ ਨੇ ਇਹ ਕੰਮ ਕੀਤਾ, ਪਰ ਇਨ ਬਿਟਵੀਨ ਵੀ ਜਦੋਂ ਉਹ ਪੰਜਾਬ ਦੇ ਉਪ ਮੁੱਖ ਮੰਤਰੀ ਸੀ ਤਾਂ ਉਹਨਾਂ ਨੇ ਪੰਜਾਬ ਦੇ ਵਿੱਚ ਇਹੀ ਰਾਹਤਾਂ ਜਿਹੜੀਆਂ ਨੇ ਜ਼ਿਆਦਾ ਤਾਂ ਨਹੀਂ ਦੇ ਸਕੇ ਜਿੰਨੀਆਂ ਮਤਲਬ ਇੱਕ ਸਟੇਟ ਗਵਰਨਮੈਂਟ ਦੇ ਸਕਦੀ ਸੀ, ਉਹਨੀਆਂ ਇੱਕ ਸਟੇਟ ਗਵਰਨਮੈਂਟ ਨੇ ਮਤਲਬ ਰਾਹਤਾਂ ਦਿੱਤੀਆਂ, ਜਿਹਦੇ ਕਰਕੇ ਥੋੜੀ ਬਹੁਤ ਸਾਡੀ ਇੰਡਸਟਰੀ ਬਚ ਗਈ, ਉਧਰ ਨਹੀਂ ਗਈ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈਗੀ ਹੈ ਉਹ ਬੜੀ ਇੰਪੋਰਟੈਂਟ ਹੈ। ਉਹ ਇਸ ਕਰਕੇ ਕਿ ਪੰਜਾਬ ਲੈਂਡਲੌਕ ਸਟੇਟ ਹੈ, ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਲੈਂਡਲੌਕ ਹੈ। ਔਰ 90ਵੇਂ ਦਸ਼ਕ ਦੇ ਵਿੱਚ ਜਦੋਂ ਇਹ ਮਤਲਬ ਫਰੇਟ ਸਬਸਿਡੀ ਮਿਲਦੀ ਸੀ ਤਾਂ ਸਾਡੀ ਬਹੁਤ ਸਾਰੀ ਇੰਡਸਟਰੀ, ਚਾਹੇ ਉਹ ਅੰਮ੍ਰਿਤਸਰ ਦੀ ਹੋਵੇ, ਬਟਾਲੇ ਦੀ ਹੋਵੇ, ਗੋਬਿੰਦਗੜ੍ਹ ਦੀ ਹੋਵੇ, ਖੰਨੇ ਦੀ ਹੋਵੇ, ਇਹਨਾਂ ਸਾਰਿਆਂ ਨੇ ਬਹੁਤ ਤਰੱਕੀ ਕੀਤੀ ਹੈ ਉਸ ਟਾਈਮ ਦੇ ਵਿੱਚ, ਕਿਉਂਕਿ ਫਰੇਟ ਸਬਸਿਡੀ ਸਭ ਕੋਲੇ ਸੀਗੀ। ਯਾਨੀ ਕਿ ਜਿਹੜਾ ਲੋਹਾ ਚਾਹੇ ਉਹ ਭੋਪਾਲ ਵਾਲੇ ਨੂੰ ਜਿਸ ਰੇਟ ਤੇ ਮਿਲ ਰਿਹਾ, ਉਹ ਅੰਮ੍ਰਿਤਸਰ ਵਾਲੇ ਨੂੰ ਵੀ ਉਸੇ ਰੇਟ ਤੇ ਮਿਲ ਜਾਂਦਾ ਸੀਗਾ। ਤਾਂ ਅਸੀਂ ਕੰਪੀਟੀਸ਼ਨ ਦੇ ਇੱਕ ਪਲੇਇੰਗ ਲੈਵਲ ਫੀਲਡ ਤੇ ਸੀ, ਅਸੀਂ ਕਹਿ ਸਕਦੇ ਹਾਂ ਇੱਕ ਪਲੇਇੰਗ ਲੈਵਲ ਫੀਲਡ ਸੀ, ਤਾਂ ਜਿਹਦੇ ਚ ਜ਼ਿਆਦਾ ਤਾਕਤ ਆ ਉਹ ਲੈ ਜਾਂਦਾ ਸੀ ਅੱਗੇ। ਤਾਂ ਉਹਦੇ ਚ ਪੰਜਾਬ ਨੇ ਬਹੁਤ ਤਰੱਕੀ ਕੀਤੀ ਆ ਉਸ ਟਾਈਮ 'ਚ। ਪਰ ਉਸ ਟਾਈਮ ਅਸੀਂ 15 ਸਾਲ ਜਿਹੜਾ ਅੱਤਵਾਦ ਦਾ ਪੀਰੀਅਡ ਝੇਲਿਆ, ਉਹਦੇ ਨਾਲ ਸਾਡੀ ਬਹੁਤ ਜ਼ਿਆਦਾ ਇੰਡਸਟਰੀ ਜਿਹੜੀ ਹੈਗੀ ਹੈ, ਉਹ ਤੁਸੀਂ ਦੇਖੋ ਜੇ ਅੰਬਾਲਾ ਟੱਪਦੇ ਸਾਰ ਪਾਣੀਪਤ ਤੱਕ ਜਿਹੜੀ ਇੰਡਸਟਰੀ ਜਿੰਨੀ ਵੀ ਲੱਗੀ ਹੋਈ ਹੈ ਉਹ ਸਾਰੀ ਪੰਜਾਬ ਦੀ ਹੈ। ਤੁਸੀਂ ਜਿਹੜੇ ਮਰਜ਼ੀ ਬੰਦੇ ਨੂੰ ਉੱਥੇ ਪੁੱਛ ਲਓ ਵੀ ਉਹ ਤੁਸੀਂ ਕਿੱਥੋਂ ਦੇ ਹੋ, ਤਾਂ ਉਹ ਕਹੇਗਾ, ਕੋਈ ਕਹੇਗਾ ਬਰਨਾਲੇ ਦਾ, ਕੋਈ ਕਹੇਗਾ ਸਰਹੰਦ ਦਾ, ਕੋਈ ਅੰਮ੍ਰਿਤਸਰ ਦਾ, ਕੋਈ ਕਿਤੇ ਦਾ, ਕੋਈ ਕਿਤੇ ਦਾ। ਸਾਰੇ ਮਤਲਬ ਤੁਹਾਨੂੰ ਉਹ ਪੰਜਾਬ ਦੇ ਹੀ ਬੰਦੇ ਮਿਲਣਗੇ। ਪੰਚਕੂਲਾ ਸਾਰਾ ਤਕਰੀਬਨ ਜਿਹੜਾ ਹੈਗਾ ਉਹ ਉਹਨਾਂ ਲੋਕਾਂ ਦਾ ਹੀ ਹੈਗਾ, ਕੋਈ ਮਾਨਸਾ ਤੋਂ ਆਇਆ ਹੋਇਆ, ਕੋਈ ਬਰਨਾਲੇ ਤੋਂ ਆਇਆ, ਕੋਈ ਬਠਿੰਡੇ ਤੋਂ ਆਇਆ ਹੋਇਆ। ਸੋ ਚਾਹੀਦਾ ਇਹ ਸੀ ਵੀ ਜਦੋਂ ਇਹ ਪੀਰੀਅਡ ਖਤਮ ਹੋਇਆ, ਯਾਨੀ 95 ਦੇ ਆਸ-ਪਾਸ ਜਦੋਂ ਅੱਤਵਾਦ ਦਾ ਪੀਰੀਅਡ ਖਤਮ ਹੋਇਆ, ਉਦੋਂ ਪੰਜਾਬ ਨੂੰ ਇਸ ਕਿਸਮ ਦੀ ਜਿਹੜੀ ਰਾਹਤ ਦਿੱਤੀ ਜਾਣੀ ਚਾਹੀਦੀ ਸੀ ਵੀ ਤਾਂ ਕਿ ਜਿਹੜੀ ਇੰਡਸਟਰੀ ਪੰਜਾਬ ਤੋਂ ਪਲਾਇਨ ਕਰ ਗਈ ਹੈ ਉਹ ਵਾਪਸ ਪੰਜਾਬ 'ਚ ਆ ਜਾਏ ਤੇ ਇੱਥੇ ਆਪਣਾ ਕਾਰੋਬਾਰ ਜਾਂ ਜਿਹੜੀ ਬਚ ਗਈ ਹੈ ਉਹੀ ਆਪਣਾ ਪ੍ਰਸਾਰ ਕਰੇ ਤੇ ਖੁੱਲ ਕੇ ਅੱਗੇ ਵਧੇ। ਪਰ ਉਹਦੀ ਬਜਾਏ ਤੁਸੀਂ ਬਿਲਕੁਲ ਨਾਲ ਵਾਲੇ ਗਵਾਂਢੀ ਸੂਬਿਆਂ ਨੂੰ 98 'ਚੋਂ ਦੇਤੀ, ਯਾਨੀ ਕਿ 2-3 ਸਾਲ ਦੇ ਗੈਪ 'ਚ ਹੀ ਤੁਸੀਂ ਨਾਲ ਵਾਲੇ ਸੂਬਿਆਂ ਨੂੰ ਉਹ ਸਾਰੀਆਂ ਰਾਹਤਾਂ ਦਿੱਤੀਆਂ। ਔਰ ਦੇਖੋ ਕਿੱਥੋਂ ਕਿੱਥੋਂ ਇੰਡਸਟਰੀ ਆਈ। ਕੋਈ ਸਾਊਥ ਇੰਡੀਆ ਦੇ ਇੰਨੇ ਪਲਾਂਟ ਇੱਥੇ ਡਰੱਗਸ ਵਾਲੇ ਜਿੰਨੇ ਪਲਾਂਟ ਨੇ, ਦਵਾਈਆਂ ਜਿਹੜੇ ਬਣਾਉਂਦੇ ਨੇ, ਉਹ ਸਾਰੇ ਸਾਊਥ ਇੰਡੀਆ ਤੋਂ ਚੱਕ ਕੇ ਇੱਥੇ ਲੱਗੇ ਹੋਏ ਆ। ਸੋ ਤੁਸੀਂ ਦੇਖੋ ਵੀ ਕਿੰਨੀ ਜ਼ਿਆਦਾ ਰਾਹਤਾਂ ਸੀ। ਇੱਕ ਵਾਰੀ ਮੇਰੇ ਇੱਕ ਇੰਡਸਟਰੀਲਿਸਟ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਵੀ ਇੰਨੀ ਰਾਹਤ ਹੈ ਵੀ ਜੇ ਅਸੀਂ ਆਪਣਾ ਪਲਾਂਟ ਲਗਾ ਦਈਏ ਇੱਥੇ ਤਾਂ ਅਗਲੇ 2 ਸਾਲਾਂ 'ਚ ਸਾਰੀ ਕੈਪੀਟਲ ਜਿਹੜੀ ਹੈ ਉਹ ਸਾਨੂੰ ਵਾਪਸ ਆ ਜਾਏਗੀ, ਇੰਨੀਆਂ ਰਾਹਤਾਂ ਸੀ ਮਤਲਬ। ਤਾਂ ਤੁਸੀਂ ਦੇਖੋ ਵੀ ਫਿਰ ਸਾਡੇ ਪੰਜਾਬ ਵਾਲੇ ਜਿਹੜੇ ਹੈਗੇ ਆ ਉਹ ਕਿਵੇਂ ਕੰਪੀਟ ਕਰ ਸਕਣਗੇ। ਤੁਸੀਂ ਬਟਾਲੇ ਤੁਹਾਡੀ ਇੰਡਸਟਰੀ ਹੈ ਸਾਰੀ, ਉਹ ਪਠਾਨਕੋਟ ਤੋਂ ਥੋੜਾ ਜਿਹਾ ਅੱਗੇ ਟੱਪੋ, ਸਾਰੀਆਂ ਰਾਹਤਾਂ ਹੀ ਰਾਹਤਾਂ ਨੇ ਉੱਥੇ। ਜੰਮੂ ਵਾਲੀ ਸਾਈਡ ਤੇ ਚਲੇ ਜਾਓ, ਰਾਹਤਾਂ ਹੀ ਰਾਹਤਾਂ ਨੇ। ਸੋ ਇਹ ਚੀਜ਼ਾਂ ਦੀ ਡਿਮਾਂਡ ਯਾਨੀ ਹੱਕ ਪਹਿਲਾ ਪੰਜਾਬ ਦਾ ਸੀ ਜਿਹੜਾ ਕਿ ਨਹੀਂ ਦਿੱਤਾ ਗਿਆ ਉੱਥੇ, ਯਾਨੀ ਕਿ ਦੂਜੀ ਵਾਰ ਸਾਡੇ ਨਾਲ ਧੱਕਾ ਹੋਇਆ। ਪਹਿਲਾਂ ਫਰੇਟ ਸਬਸਿਡੀ ਸਾਡੀ ਬੰਦ ਕੀਤੀ 90 ਦੇ ਵਿੱਚ, ਫਿਰ ਸਾਨੂੰ ਜਿਹੜਾ ਇਹ ਟੈਕਸ ਹੌਲੀਡੇਜ਼ ਸਾਡੇ ਗਵਾਂਢੀ ਮੁਲਕਾਂ ਨੂੰ ਸਟੇਟਾਂ ਨੂੰ ਦਿੱਤੇ, ਤਾਂ ਸਾਨੂੰ ਦੂਜਾ ਸਭ ਤੋਂ ਵੱਡਾ ਨੁਕਸਾਨ ਹੋਇਆ। ਠੀਕ ਹੈ ਕਿ ਅੱਜ ਸੁਖਬੀਰ ਬਾਦਲ ਹੋਰਾਂ ਨੇ ਇਹ ਪ੍ਰਸ਼ਨ ਉਠਾਇਆ, ਪਾਰਲੀਮੈਂਟ ਦੇ ਵਿੱਚ ਪ੍ਰਸ਼ਨ ਉਠਾਇਆ, ਪਰ ਮੈਨੂੰ ਲੱਗਦਾ ਕਿ ਮੌਕਾ ਉਦੋਂ ਸੀ ਜਦੋਂ ਇਹ ਲਾਗੂ ਕੀਤਾ ਜਾਣਾ ਸੀ। ਉਦੋਂ ਉਹ ਮਿਨਿਸਟਰ ਸੀਗੇ, ਅਗਰ ਉਦੋਂ ਹੀ ਉਹ ਕਿਤੇ ਜ਼ੋਰ ਪਾ ਕੇ ਕਹਿੰਦੇ, ਔਰ ਕਿਉਂਕਿ
ਸਭ ਤੋਂ ਪਹਿਲਾ ਮਤਲਬ ਜਿਹੜਾ ਉਹ ਜਿਹੜੀ ਸਰਕਾਰ ਬਣੀ ਸੀ ਉਹ ਚ ਸਭ ਤੋਂ ਪਹਿਲਾਂ ਭਾਈਵਾਲ ਅਕਾਲੀ ਦਲ ਸੀ। ਜੇ ਕਿਤੇ ਅਕਾਲੀ ਦਲ ਇਹ ਧਮਕੀ ਵੀ ਦੇ ਦਿੰਦਾ ਵੀ ਜੇ ਤੁਸੀਂ ਏਦਾਂ ਕਰੋਗੇ ਤਾਂ ਅਸੀਂ ਬਾਹਰ ਆ ਜਾਾਂਗੇ, ਤਾਂ ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਪੰਜਾਬ ਦਾ ਬਹੁਤ ਸਾਰਾ ਭਲਾ ਕਰ ਲੈਂਦੇ, ਪਰ ਅਸੀਂ ਨਹੀਂ ਕੀਤਾ। ਹੁਣ ਤੁਸੀਂ ਸਵਾਲ ਤਾਂ ਉਠਾਇਆ, ਪਰ ਹੁਣ ਉਹਨੂੰ ਪਾਣੀ ਪੁਲਾਂ ਤੇ ਇਠੋਂ ਨਿਕਲ ਚੁੱਕਿਆ। ਹੁਣ ਸਾਨੂੰ ਕਿਸੇ ਨੇ ਰਾਹਤਾਂ ਨਹੀਂ ਦੇਣੀਆਂ, ਤੇ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਤਾਂ ਹੁਣ ਮੰਗ ਸਿਰਫ ਇਸ ਕਰਕੇ ਹੀ ਕੀਤੀ ਜਾ ਰਹੀ ਹੈ ਕਿ ਚਲੋ ਮੈਂ ਉਹ ਜਿਹੜੀ ਪਹਿਲਾਂ ਗਲਤੀਆਂ ਕੀਤੀਆਂ ਉਹਦਾ ਪਛਤਾਤਾਪ ਕਰ ਲਾਂ। ਜਦੋਂ ਜਵਾਨੀ ਜ਼ੋਰ ਸੀ ਵੇ ਜ਼ਾਲਮਾ, ਬੰਜਲੀ ਵਰਗਾ ਬੋਲ ਸੀ ਵੇ ਜ਼ਾਲਮਾ। ਉਦੋਂ ਤਾਂ ਆਏ ਨਾ ਜਦੋਂ ਜ਼ੋਰ ਸੀ, ਹੁਣ ਜ਼ੋਰ ਤੋਂ ਬਿਨਾਂ ਸਾਹ ਸੱਤਹੀਣ ਹੋਏ ਹੱਫ ਹੱਫ ਕੇ ਜਾਂਦੇ ਹੋ। ਕੌਣ ਸੁਣਦਾ ਜੀ ਆਵਾਜ਼ਾਂ ਪਿੱਛੋਂ ਮਾਰਦਿਆਂ ਦੀ, ਕੌਣ ਸੁਣਦਾ ਹੁੰਦਾ? ਜਿਹੜੇ ਸਾਹਮਣੇ ਉਹ ਧਾ ਕੇ ਮਿਲਦੇ ਆ, ਰਿਸ਼ਤੇ ਉਹਨਾਂ ਦੇ ਹੁੰਦੇ ਆ। ਭਾਸਕਰ ਸਾਹਿਬ, ਵਕਤ ਟਪਾ ਕੇ ਉਤਾਲੋਂ ਕੁੱਥੀ ਡੁੰਮਣੀ ਗਾਵੇ ਆਲ ਬਤਾਲ। ਅਬ ਦੱਸੋ ਜ਼ਰਾ, ਤੁਸੀਂ ਵੀ ਗੱਲ ਕਰਨੀ ਚਾਹੁੰਦੇ ਹੋ? ਪਰ ਵੈਸੇ ਗੱਲ ਤੋਰੋਗੇ ਤਾਂ ਗੱਲ ਕਾਂਗਰਸ ਤੇ ਆਮ ਆਦਮੀ ਪਾਰਟੀ ਦੀ ਸੀਟਾਂ ਦੀ ਵੰਡ ਦੀ ਵੀ ਤੋਰ ਲਿਓ। ਕੀ ਕਨਸੋਆਂ ਨੇ? ਕੇਂਦਰੀ ਲੀਡਰਸ਼ਿਪ ਦੇ ਵਿੱਚ ਬੈਠੇ ਲੋਕ ਤਾਂ ਕਹਿੰਦੇ ਆ ਕਿ ਉਹ ਵੇਖਿਓ ਕੋਈ ਭਾਰੀ ਬਿਆਨ ਨਾ ਦੇ ਦਿਓ, ਕੱਲ ਨੂੰ ਰਲ ਕੇ ਚੱਲਣਾ ਪੈ ਸਕਦਾ, ਸੰਭਲ ਕੇ। ਪਰ ਥੱਲੇ ਵਾਲੇ ਕਹਿੰਦੇ ਆ ਵੀ ਸੰਭਲ ਕੇ ਕੋਈ ਨਹੀਂ, ਅਸੀਂ ਮਰਨਾ ਨਹੀਂ, ਖੁਦਕੁਸ਼ੀ ਨਹੀਂ ਕਰਨੀ। ਮੈਨੂੰ ਲੱਗਦਾ ਕਿ ਇਹ ਸੀਟ ਵੰਡ ਹੋਣੀ ਨਹੀਂ ਕਾਂਗਰਸ ਤੇ ਇਹ ਲੜਨਗੇ। ਜਿੱਦਾਂ ਬੰਗਾਲ ਦੇ ਵਿੱਚ ਕਾਮਰੇਡ ਤੇ ਮਮਤਾ ਲੜਦੀ ਆ, ਜਿੱਦਾਂ ਬੰਗਾਲ 'ਚ ਕਾਂਗਰਸ ਤੇ ਮਮਤਾ ਲੜਦੇ ਆ, ਇੱਥੇ ਵੀ ਲੜਨਗੇ, ਖਹਿ ਕੇ ਲੜਨਗੇ। ਪਰ ਲੋਕ ਯਕੀਨ ਕਰਨਗੇ ਕਿ ਨਹੀਂ ਕਰਨਗੇ, ਦੋਵੇਂ ਗੱਲਾਂ ਇਕੱਠੀਆਂ ਕਰਦੇ। ਮੈਂ ਪਹਿਲੇ ਸੁਖਬੀਰ ਬਾਦਲ ਉਹਨਾਂ ਦੀ ਉਸ ਗੱਲ ਦਾ ਜ਼ਿਕਰ ਕਰਾਂਗਾ ਜਿਹਦੇ ਵਿੱਚ ਉਹ ਪੁੱਛਦੇ ਨੇ ਕਿ ਵੀ ਇਹ ਸੁਵਿਧਾਵਾਂ ਪੰਜਾਬ ਦੇ ਵਿੱਚ ਟੈਕਸ ਹੌਲੀਡੇ ਜਿਹੜਾ ਹਿਮਾਚਲ ਔਰ ਜੰਮੂ ਕਸ਼ਮੀਰ ਜਾਂ ਹੋਰ ਪਹਾੜੀ ਸੂਬਿਆਂ ਨੂੰ ਮਿਲ ਰਿਹਾ, ਹਿਮਾਚਲ ਨੂੰ ਇਹ ਪੰਜਾਬ ਨੂੰ ਮਿਲੇਗਾ? ਇਹ ਜਦੋਂ ਸਵਾਲ ਪੁੱਛਦੇ ਨੇ ਔਰ ਉਸ ਖਬਰ ਨੂੰ ਪੜ੍ਹਨ ਤੋਂ ਬਾਅਦ ਇਹ ਲੱਗਦਾ ਖਬਰ ਛਪੀ ਕਿਉਂ ਹੈ। ਕਿ ਸੁਖਬੀਰ ਬਾਦਲ ਨੇ ਸਵਾਲ ਪੁੱਛਿਆ, ਜਵਾਬ ਦਿੱਤਾ, ਪੰਕਜ ਚੌਧਰੀ ਜਿਹੜੇ ਮਿਨਿਸਟਰ ਆਫ ਸਟੇਟ ਫॉर ਫਾਈਨੈਂਸ, ਉਹਨਾਂ ਨੇ ਕਿਹਾ ਨਹੀਂ ਅਸੀਂ ਇਦਾਂ ਦਾ ਕੁਝ ਨਹੀਂ ਦੇ ਰਹੇ, ਬਸ ਉਸ ਤੋਂ ਉੱਥੇ ਗੱਲ ਖਤਮ ਹੋ ਜਾਂਦੀ ਹੈ। ਹੁਣ ਇਸ ਮੁੱਦੇ ਦੇ ਉੱਤੇ ਸੁਖਬੀਰ ਬਾਦਲ ਉਹਨਾਂ ਅੱਗੇ ਵਧਣਗੇ ਜਾਂ ਇਹ ਸਵਾਲ ਸਿਰਫ ਇੰਨਾ ਕੁ ਹੈ ਕਿ ਜੀ ਗਰਮ ਪਾਣੀ ਮਿਲੇਗਾ ਨਾ, ਨੂੰ ਕਹਿੰਦੇ ਨਹੀਂ ਮਿਲੇਗਾ, ਚਲੋ ਫਿਰ ਠੰਡੇ ਨਾਲ ਨਾ ਲੈਣੇ ਆ। ਹੁਣ ਗੱਲ ਉੱਥੇ ਹੀ ਖੜੀ ਹੈ। ਹੁਣ ਗੱਲ ਅੱਗੇ ਤੋਰੀਏ, ਜਿਹੜਾ ਪੰਜਾਬ ਦੇ ਵਿੱਚ ਕਹਿੰਦੇ ਆ ਵਿੰਡੋ ਓਪਨ ਹੈਗੀ ਹੈ ਅਲਾਈਅੰਸ ਦੀ ਸੀਟ ਸ਼ੇਅਰਿੰਗ ਦੀ, ਉਹ ਵਿੰਡੋ ਓਪਨ ਤੇ ਹੈਗੀ, ਉਸ ਵਿੰਡੋ ਤੋਂ ਹੀ ਤੇ ਪੰਜਾਬ ਦੇ ਲੀਡਰਾਂ ਨੂੰ, ਖਾਸ ਕਰਕੇ ਕਾਂਗਰਸੀਆਂ ਨੂੰ ਡਰ ਲੱਗ ਰਿਹਾ। ਇੱਥੇ ਭਗਵੰਤ ਮਾਨ ਨੂੰ ਨਾ ਬਾਜਵਾ ਸਾਹਿਬ ਦੀ ਉਸ ਗੱਲ ਦੇ ਉੱਤੇ ਕਿ ਅਸੀਂ ਤੇ ਇਹਨਾਂ ਦਾ ਚਿਹਰਾ ਨਹੀਂ ਦੇਖਣਾ ਚਾਹੁੰਦੇ, ਅਸੀਂ ਇਹਨਾਂ ਨਾਲ ਅਲਾਈਅੰਸ ਨਹੀਂ ਕਰਨਾ ਚਾਹੁੰਦੇ, ਅਸੀਂ ਆਪੋਜੀਸ਼ਨ ਪਾਰਟੀ ਹਾਂ। ਉਹ ਕਹਿੰਦੇ ਆਪੋਜੀਸ਼ਨ ਪਾਰਟੀ ਰਹਿਣ ਜਾਓ, ਅਰਦਾਸ ਕੀਤੀ ਕਿ ਤੁਸੀਂ ਆਪੋਜੀਸ਼ਨ ਪਾਰਟੀ ਰਹੋ। ਇਸ ਸਾਰੇ ਮਾਹੌਲ ਦੇ ਵਿੱਚ ਜਦ ਸੋਨੀਆ ਗਾਂਧੀ ਉਹਨਾਂ, ਸੰਜੇ ਸਿੰਘ ਜਿਹੜੇ ਰਾਜ ਸਭਾ MP ਹੈਗੇ ਆਮ ਆਦਮੀ ਪਾਰਟੀ ਦੇ, ਉਹ ਕਹਿੰਦੇ ਅਸੀਂ ਤੁਹਾਨੂੰ ਸਪੋਰਟ ਕਰਦੇ ਹਾਂ, ਅਸੀਂ ਤੁਹਾਡੇ ਨਾਲ ਹਾਂ, ਤੇ ਫਿਰ ਰਿਐਕਸ਼ਨ ਇੱਥੋਂ ਆਉਂਦਾ ਪੰਜਾਬ ਦੇ ਲੀਡਰਾਂ ਦਾ ਕਿ ਵੀ ਸਾਡੇ ਉੱਤੇ ਵਾਲੇ, ਸਾਡੇ ਜਿਹੜੇ ਹਾਈ ਕਮਾਨ ਹੈ ਉਹ ਤੇ ਸਪੋਰਟ ਕਰ ਰਹੇ ਆ ਤੇ ਅਸੀਂ ਕੀ ਕਰੀਏ। ਇਸ ਮੁੱਦੇ ਦੇ ਉੱਤੇ ਸੂਤਰ ਇਹ ਦੱਸਦੇ ਨੇ ਕਿ ਇੰਡੀਕੇਸ਼ਨ ਇਹਨਾਂ ਨੂੰ ਦੇ ਦਿੱਤਾ ਗਿਆ ਪੰਜਾਬ ਵਾਲਿਆਂ ਨੂੰ ਵੀ ਫਿਲਹਾਲ ਤੁਸੀਂ ਆਮ ਆਦਮੀ ਪਾਰਟੀ ਨੂੰ ਬਹੁਤਾ ਕੋਈ ਬਾਹਾਂ ਚੱਕ ਕੇ ਕ੍ਰਿਟੀਸਾਈਜ਼ ਨਾ ਕਰੋ, ਥੋੜਾ ਜਿਹਾ ਸਲੋ ਚਲੋ। ਸੀਟ ਸ਼ੇਅਰਿੰਗ ਦੇ ਮੁੱਦੇ ਦੇ ਉੱਤੇ ਉਹ ਕਹਿੰਦੇ ਹਜੇ ਓਪਨ ਹੈ ਮੁੱਦਾ, ਅੱਗੇ ਚੱਲ ਕੇ ਡਿਸਕਸ਼ਨ ਕਰਾਂਗੇ। ਔਰ ਇਹਨਾਂ ਸਾਰੀ ਗੱਲਾਂ ਦੇ ਵਿੱਚ ਹੀ 8-5 ਦਾ 9-4 ਦਾ ਇੱਕ ਫਾਰਮੂਲਾ ਵੀ ਤਿਆਰ ਹੋ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਘੁੰਮਦਾ ਹੈ ਕਿ ਵੀ ਸ਼ਾਇਦ ਫਾਰਮੂਲਾ ਕੰਪਲੀਟ ਹੋ ਗਿਆ। ਇਹ ਸਾਰੀ ਗੱਲਾਂ ਦੇ ਵਿੱਚ ਹੁਣ ਕਾਂਗਰਸੀ ਬਾਜਵਾ ਸਾਹਿਬ 2-4 ਦਿਨ ਤੋਂ ਉਹਨਾਂ ਦਾ ਕੋਈ ਟਵੀਟ ਨਹੀਂ ਦੇਖਿਆ, ਔਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਅਗੇਂਸਟ ਕੋਈ ਤਿੱਖਾ ਟਵੀਟ ਤੇ ਬਿਲਕੁਲ ਹੀ ਨਹੀਂ ਦੇਖਿਆ। ਸ਼ਾਇਦ ਉਸ ਗੱਲ ਦਾ ਹੀ ਅਸਰ ਹੈ ਕਿ ਉਹਨਾਂ ਨੇ ਕਿਹਾ ਵੀ ਬਹੁਤਾ ਅੱਗੇ ਨਾ ਵਧੋ, ਜੇ ਪਿੱਛੇ ਬੁਲਾਣਾ ਪਏ ਤੇ ਆ ਜਾਣਾ। ਉਹ ਰਣਨੀਤੀ ਦੇ ਉੱਤੇ ਫਿਲਹਾਲ ਕਾਂਗਰਸ ਪੰਜਾਬ ਦੇ ਵਿੱਚ ਤੁਰਦੀ ਫਿਰਦੀ ਨਜ਼ਰ ਆਉਂਦੀ ਹੈ। ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ। ਰਾਜਾ ਵੜਿੰਗ ਔਰ ਬਾਜਵਾ ਸਾਹਿਬ ਦੀ ਸ਼ਾਂਤੀ ਹੈ ਥੋੜੀ ਜੀ, ਲੇਕਿਨ ਇੱਕ ਹੋਰ ਲੀਡਰ ਜਿਹੜੇ ਪਹਿਲਾਂ ਵੀ ਮੁੱਖ ਮੰਤਰੀ ਦੀ ਦੌੜ 'ਚ ਸ਼ਾਮਲ ਸੀ, ਲਗਭਗ ਨਾ ਅਨਾਉਂਸਮੈਂਟ ਵਰਗਾ ਸੀ, ਤੇ ਅੱਗੇ ਵੀ ਜਾ ਕੇ ਇਸ ਤਰ੍ਹਾਂ ਦੇ ਜੇ ਕਿਤੇ ਪਾਵਰ 'ਚ ਦੁਬਾਰਾ ਕਾਂਗਰਸ ਆਉਣ ਦਾ ਕੋਈ ਸੰਭਾਵਨਾ ਬਣਦੀ ਹੈ ਤੇ ਉਹ ਕਾਫੀ ਵੱਡੇ ਦਾਅਵੇਦਾਰ ਨੇ, ਵੱਡੇ ਅਹੁਦਿਆਂ ਤੇ। ਉਹਨਾਂ ਦਾ ਵੀ ਇੱਕ ਦਾਅਵਾ ਹੈ ਕਿ ਬਿਲਕੁਲ ਕਿਸੇ ਵੀ ਕੀਮਤ ਦੇ ਉੱਤੇ ਸੀਟਾਂ ਦੀ ਵੰਡ ਨਹੀਂ ਹੋਏਗੀ, ਕਾਂਗਰਸ 13 ਤੇ ਲੜੇਗੀ ਔਰ ਇਹ ਦਾਅਵਾ ਇਹ ਤੋਂ 1 ਇੰਚ ਪਿੱਛੇ ਨਹੀਂ ਹਟਣਾ। ਮੈਂ ਇੰਦਰਪ੍ਰੀਤ ਜੀ, ਮੈਂ ਚਾਹੂੰਗਾ ਕਿ ਭਾਸਕਰ ਸਾਹਿਬ ਸੁਪਰੀਮ ਕੋਰਟ ਜਿਹੜੀ ਮਨੀਪੁਰ ਤੇ ਸਖਤ ਹੋਈ ਆ, ਕੁਝ ਚੰਦ ਲਾਈਨਾਂ ਦੇ ਵਿੱਚ ਉਹ ਜ਼ਰੂਰ ਦੱਸ ਦਿਓ, ਫਿਰ ਮੈਂ ਬਾਸਪਤੀ ਦੇ ਮਾਮਲੇ ਦੇ ਵਿੱਚ ਇੰਦਰਪ੍ਰੀਤ ਜੀ ਕੋਲ ਜਾਣਾ। ਜਿੱਥੇ ਤੱਕ ਸੁਪਰੀਮ ਕੋਰਟ ਦਾ ਮਨੀਪੁਰ ਦੇ ਪ੍ਰਤੀ ਰੁਖ ਹੈ, ਉਹ ਕੱਲ ਸਾਹਮਣੇ ਆਇਆ ਜਦ DY ਚੰਦਰਚੂੜ ਜਿਹੜੇ ਚੀਫ ਜਸਟਿਸ ਹੈਗੇ ਨੇ, ਉਹਨਾਂ ਨੇ ਕੁਝ ਸਵਾਲ ਕੀਤੇ ਸਰਕਾਰ ਨੂੰ, ਕੇਂਦਰ ਸਰਕਾਰ ਨੂੰ ਵੀ ਸਵਾਲ ਕੀਤੇ ਤੇ ਉਹ ਸੂਬੇ ਦੀ ਸਰਕਾਰ ਨੂੰ ਵੀ ਕੀਤੇ ਕਿ 4 ਮਈ ਦਾ ਉਹ ਇਨਸੀਡੈਂਟ ਜਿਹਦੇ ਵਿੱਚ 2 ਮਹਿਲਾਵਾਂ ਦੇ ਨਾਲ ਜਿਸ ਤਰੀਕੇ ਦੀ ਘਟਨਾ ਹੋਈ, ਉਹਦੇ 14 ਦਿਨ ਬਾਅਦ FIR ਕਿਉਂ ਹੋਈ, ਔਰ ਜਦ FIR 14 ਦਿਨ ਬਾਅਦ ਹੋਈ ਤੇ ਉਹਦੇ ਉੱਤੇ ਐਕਸ਼ਨ ਤਦ ਕਿਉਂ ਹੋਇਆ ਜਦ ਉਹ ਵੀਡੀਓ ਵਾਇਰਲ ਹੋਈ। ਯਾਨੀ ਇਹ ਸਾਰੇ ਸਵਾਲ ਖੜੇ ਕਰਨ ਤੋਂ ਬਾਅਦ ਸੁਪਰੀਮ ਕੋਰਟ ਨੇ
ਆਪਣਾ ਤਿੱਖਾ ਰੁਖ ਅਪਣਾਉਂਦੇ ਹੋਏ ਇੱਕ ਕਮੇਟੀ ਬਣਾਉਣ ਦਾ ਜ਼ਿਕਰ ਕੀਤਾ ਕਿ ਇੱਕ ਕਮੇਟੀ ਬਣਾਉਣਗੇ ਜਿਹਦੇ ਵਿੱਚ ਮਹਿਲਾ ਜੱਜ ਵੀ ਮੈਂਬਰ ਹੋਣਗੀਆਂ। ਉਹ ਸਾਰੀ ਇਨਵੈਸਟੀਗੇਸ਼ਨ ਜਿਸ ਤਰੀਕੇ ਨਾਲ ਹਿੰਸਾ ਹੋਈ ਔਰ ਜੋ ਕੁਝ ਵੀ ਉੱਥੇ ਹੋਇਆ ਉਹਦੀ ਇਨਵੈਸਟੀਗੇਸ਼ਨ ਕਰਕੇ ਇੱਕ ਸਿਸਟਮ ਨੂੰ, ਯਾਨੀ ਉਹਨਾਂ ਨੂੰ ਰੀਹੈਬਿਲਿਟੇਸ਼ਨ ਜਾਂ ਹੋਰ ਚੀਜ਼ਾਂ ਵਾਸਤੇ ਇੱਕ ਸਕੀਮ ਜਾਂ ਇੱਕ ਸਿਸਟਮ ਨੂੰ ਡਿਵੈਲਪ ਕਰਨਗੇ ਜਿਹਦੇ ਰਾਹੀਂ ਅੱਗੇ ਚੱਲ ਕੇ ਇਦਾਂ ਦੀ ਹਿੰਸਾ ਨਾ ਹੋਏ। ਨਾਲ ਦੇ ਨਾਲ ਉਹਨਾਂ ਨੇ ਸਵਾਲ ਖੜੇ ਕੀਤੇ ਮਨੀਪੁਰ ਦੀ ਸਰਕਾਰ ਦੇ ਉੱਤੇ ਵੀ ਕਿ ਕਿੰਨੀ ਕੁ ਜ਼ੀਰੋ FIR ਦਰਜ ਹੋਈ ਉਹਨਾਂ तमाम ਇਨਸੀਡੈਂਟ ਦੇ ਉੱਤੇ ਜਿਹਦੇ ਉੱਤੇ ਉੱਥੇ ਦੇ ਮੁੱਖ ਮੰਤਰੀ ਕਹਿੰਦੇ ਨੇ 100 ਤੋਂ ਵੱਧ ਇਦਾਂ ਦੇ ਇਨਸੀਡੈਂਟ ਹੈਗੇ ਨੇ ਜੋ ਇਸ ਦੌਰਾਨ ਉੱਥੇ ਮਨੀਪੁਰ ਦੇ ਵਿੱਚ ਹੋਏ। ਉਸ ਤੋਂ ਇਲਾਵਾ ਕਹਿੰਦੇ ਨੇ ਕਿੰਨੀ ਕੁ ਸਟੇਟਮੈਂਟਾਂ ਹੋਈ 164 ਦੇ ਵਿੱਚ, ਯਾਨੀ 164 ਦੇ ਵਿੱਚ ਇੱਕ ਤਰੀਕੇ ਨਾਲ ਜਿਹੜਾ ਵਿਕਟਿਮ ਹੈ ਜਾਂ ਜੋ ਵੀ ਹੈ ਉਹਦੇ ਵਿੱਚ ਉਸ ਸਟੇਟਮੈਂਟ ਵਿੱਚ ਸਾਰੀ ਕਲੈਰਿਟੀ ਆਉਂਦੀ ਹੈ। ਹੁਣ ਆਰਥਿਕ ਪੈਕੇਜ ਕੀ ਦਿੱਤਾ ਗਿਆ, ਹਿੰਸਾ ਨੂੰ ਰੋਕਣ ਵਾਸਤੇ ਕੀ ਉਪਾਅ ਕੀਤੇ ਗਏ, ਸਾਰੇ ਸਵਾਲ ਜਦ ਖੜੇ ਕੀਤੇ ਤੇ ਇੱਕ ਵਕੀਲ ਨੇ ਉੱਥੇ ਸੁਪਰੀਮ ਕੋਰਟ ਦੇ ਵਿੱਚ ਵੀ ਇਹ ਸਵਾਲ ਕੀਤਾ ਕਿ ਇਦਾਂ ਦੀ ਹਿੰਸਾ ਰਾਜਸਥਾਨ, ਵੈਸਟ ਬੰਗਾਲ ਔਰ ਹੋਰ ਸੂਬਿਆਂ ਦੇ ਵਿੱਚ ਹੋਈ ਹੈ, ਉਹਦੇ ਵਾਸਤੇ ਵੀ ਇਦਾਂ ਦਾ ਹੀ ਕੋਈ ਸਿਸਟਮ ਕ੍ਰੀਏਟ ਕਰੋ। ਔਰ ਉਹਦੇ ਵਿੱਚ ਚੀਫ ਜਸਟਿਸ ਸਾਹਿਬ ਨੇ ਕਿਹਾ ਫਿਲਹਾਲ ਕਿਉਂਕਿ ਮਨੀਪੁਰ ਦੇ ਵਿੱਚ ਹੋਈ ਹਿੰਸਾ ਇਹ ਇੱਕ ਡਿਫਰੈਂਟ ਤਰੀਕੇ ਦੀ ਹਿੰਸਾ ਹੈ, ਇਹਨੂੰ ਦੂਜੇ ਸੂਬਿਆਂ ਦੀ ਹਿੰਸਾ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਹਾਂ, ਲੋੜ ਹੈਗੀ ਹੈ ਉੱਥੇ ਵੀ ਇਦਾਂ ਦਾ ਸਿਸਟਮ ਕ੍ਰੀਏਟ ਕਰਨ ਦੀ, ਪਰ ਫਿਲਹਾਲ ਸਾਡੀ ਪ੍ਰਾਇੋਰਿਟੀ ਮਨੀਪੁਰ ਹੈ ਔਰ ਮਨੀਪੁਰ ਦੇ ਮੁੱਦੇ ਦੇ ਉੱਤੇ ਸੁਪਰੀਮ ਕੋਰਟ ਦੀ ਸਖਤੀ ਔਰ ਪਾਰਲੀਮੈਂਟ ਦੇ ਵਿੱਚ ਇੱਕ ਤਰੀਕੇ ਨਾਲ ਸਟੈਂਡ ਆਫ ਬਣਾ ਹੋਣਾ ਇਹ ਆਪਣੇ ਆਪ ਵਿੱਚ ਇਸ ਟਾਈਮ ਇਸ ਇਸ਼ੂ ਨੂੰ ਦੇਸ਼ ਦੇ ਸਭ ਤੋਂ ਉੱਚੇ ਲੈਵਲ ਤੇ ਲੈ ਕੇ ਗਿਆ। ਔਰ ਹੁਣ ਇਹਦਾ ਹੱਲ ਕੀ ਹੋਏਗਾ ਇਹ ਪਤਾ ਨਹੀਂ, ਪਰ ਫਿਲਹਾਲ ਸੁਪਰੀਮ ਕੋਰਟ ਦੀ ਇਸ ਤਿੱਖੀ ਪ੍ਰਕਿਰਿਆ ਤੋਂ ਬਾਅਦ ਉਹ ਸਿਸਟਮ ਤਿਆਰ ਕਰਨ ਦੀ ਕੋਸ਼ਿਸ਼ ਜ਼ਰੂਰ ਹੋਏਗੀ ਜਿਹਦੇ ਕਰਕੇ ਇਨ ਫਿਊਚਰ ਇਦਾਂ ਦੀ ਹਿੰਸਾ ਨਾ ਹੋ ਪਾਏ। ਪਾਰਲੀਮੈਂਟ ਦੇ ਵਿੱਚ ਵੀ ਟੇਕ ਅਪ ਕੀਤਾ ਗਿਆ ਇਸ਼ੂ, ਰੌਲਾ ਪੈ ਕੇ ਗੱਲ ਉੱਥੇ ਦੀ ਉੱਥੇ ਰਹਿ ਜਾਂਦੀ ਹੈ, ਗੱਲ ਬਹਿਸ ਦੇ ਵਿੱਚ ਅੱਗੇ ਤੁਰ ਹੀ ਨਹੀਂ ਪਾਉਂਦੀ। ਇੱਕ ਖਬਰ ਹਲਕੀ ਜੀ ਲੈਣੀ ਹੈ ਜਿਹਦੇ ਵਿੱਚ ਕੁਝ ਇਨਾਮ ਸਨਮਾਨ ਖੇਡ ਨੀਤੀ ਦੇ ਤਹਿਤ ਖਿਡਾਰੀਆਂ ਲਈ ਘੋਸ਼ਿਤ ਕੀਤੇ ਗਏ ਆ, ਕਰੋੜਾਂ ਦੇ ਨੇ। ਸਾਡਾ ਗਵਾਂਢੀ ਤਾਂ ਹਰਿਆਣਾ ਬਹੁਤ ਦਿਨ ਪਹਿਲਾਂ ਦਾ ਇਹੋ ਜਿਹੀਆਂ ਨੀਤੀਆਂ ਬਣਾ ਚੁੱਕਿਆ ਔਰ ਉਹਨਾਂ ਦੇ ਉੱਥੇ ਖਿਡਾਰੀ ਵੀ ਬਹੁਤ ਨਿਕਲੇ ਆ। ਇਨਾਮ ਸਨਮਾਨ ਦੀ ਕੀਮਤ 5 ਕਰੋੜ ਤੱਕ ਆ, ਉੱਥੇ 3 ਕਰੋੜ ਤੱਕ ਤਾਂ ਅਸੀਂ ਵੀ ਪਹੁੰਚੇ ਆ। ਇੰਦਰਪ੍ਰੀਤ ਜੀ, ਦੇਖਿਆ ਤੁਸੀਂ ਝਾਤ ਮਾਰੀ ਹੈ ਕਿ ਇਨਾਮ ਸਨਮਾਨ ਹੈ ਕੀ? ਦਰਅਸਲ ਆਪਾਂ ਇਹ ਖੇਡ ਨੀਤੀ ਦੀ ਡਿਟੇਲ 'ਚ ਨਹੀਂ ਜਾਂਦੇ, ਪਰ ਮੈਂ ਮੁੱਢਲੇ ਇਨਾਮ ਸਨਮਾਨਾਂ ਦੀ ਗੱਲ ਜ਼ਰੂਰ ਕਰ ਲੂੰਗਾ ਵੀ ਕੀ ਰਾਸ਼ੀ ਹੈਗੀ। हाँ बिल्कुल, कल जी इनाम 2-3 पहलुओं तो इंपॉर्टेंट है पॉलिसी जो मैं जो देखी है वो चलो एक तो यही ਜਿਹੜੇ ਸਨਮਾਨ ਰਾਸ਼ੀਆਂ ਨੇ ਉਹ ਵਧਾਈਆਂ ਨੇ। ਜਿਹੜੀ ਅੱਗੇ 2.25 ਕਰੋੜ ਸੀ 올림픽 ਦੇ 골ਡ ਮੈਡਲ ਲਈ ਉਹ 3 ਕਰੋੜ ਕਰਤੀ ਹੈ, ਦੂਜੇ ਨੂੰ 2 ਕਰੋੜ ਕਰਤੀ ਹੈ, ਫਿਰ 1 ਕਰੋੜ ਕਰਤੀ ਹੈ। ਇਸ ਤਰ੍ਹਾਂ ਹੀ ਚਾਂਦੀ ਦਾ ਤੇ ਬ੍ਰੌਂਜ਼ ਦਾ ਜੋ ਵੀ ਆਪਾਂ ਤੱਕ ਮਿਲਨੇ ਆ ਉਸ ਹਿਸਾਬ ਨਾਲ ਹੈ। ਪਰ ਇੱਕ ਹੋਰ ਚੀਜ਼ ਜਿਹੜੀ ਇੰਪੋਰਟੈਂਟ ਹੈ, ਅੱਛੀ ਚੀਜ਼ ਹੈ ਜਿਹੜੀ ਜਿਹਨੂੰ ਮੈਨੂੰ ਲੱਗਦਾ ਉਹ ਇਹ ਸੀ ਕਿ ਇਹਨਾਂ ਦਾ ਦਾਇਰਾ ਵੀ ਵਧਾਇਆ ਗਿਆ। ਜਿਵੇਂ ਗ੍ਰੈਂਡ ਸਲੈਮਸ ਨਹੀਂ, ਟੈਨਿਸ ਦੇ ਵਿੱਚ ਮਤਲਬ ਕੋਈ ਖੇਲ ਕੇ ਆਉਂਦੇ ਸਾਨੂੰ ਉਹਦਾ ਅਸੀਂ ਕੋਈ ਇਨਾਮ ਨਹੀਂ ਸੀ ਦਿੰਦੇ ਹੁੰਦੇ ਅੱਗੇ, ਮਤਲਬ ਕਿਉਂਕਿ ਸਾਡੇ ਕੋਲ ਜਾਂਦੇ ਹੀ ਨਹੀਂ ਸੀ ਬੰਦੇ, ਇਸ ਕਰਕੇ ਉਹਦਾ ਉਹ ਚਾਹੁੰਦੇ। ਪਰ ਉਹ ਗ੍ਰੈਂਡ ਸਲੈਮ ਦੇ ਵਿੱਚ ਲੈ ਲਏ ਹੈ ਕਿਉਂਕਿ ਸਭ ਤੋਂ ਜ਼ਿਆਦਾ ਖਿਡਾਰੀ ਅਗਰ ਕੋਈ ਪੈਸੇ ਕਮਾਉਂਦੇ ਆ ਤਾਂ ਮੈਨੂੰ ਲੱਗਦਾ ਉਹ ਟੈਨਿਸ ਦੀ ਗੇਮ 'ਚ ਕਮਾਉਂਦੇ ਆ ਫੁੱਟਬਾਲ ਤੋਂ ਬਾਅਦ, ਤੇ ਉਹ ਅਸੀਂ ਉਹਨੂੰ ਵੀ ਇਹਦੇ ਵਿੱਚ ਸ਼ਾਮਲ ਕਰ ਲਿਆ। ਇਸ ਤਰ੍ਹਾਂ ਦੀ ਬਹੁਤ ਸਾਰੀਆਂ ਹੋਰ ਗੇਮਸ ਨੇ, ਉਹਨਾਂ ਨੂੰ ਵੀ ਇਹਦੇ ਵਿੱਚ ਲੈ ਕੇ ਆਏ ਨੇ ਕਿ ਜਿਹੜੇ ਦੂਜੇ ਗੇਮਾਂ ਦੀਆਂ ਜਿਹੜੇ ਵੱਡੇ ਕੱਪ ਹੁੰਦੇ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਅਜਲਾਨ ਸ਼ਾਹ ਇਸ ਤਰ੍ਹਾਂ ਦੇ ਬਹੁਤ ਸਾਰੇ ਹੋਰ ਨੇ। ਤੇ ਜਿਹੜੀ ਮੈਨੂੰ ਸਭ ਤੋਂ ਗੱਲ ਇਹਦੇ 'ਚ ਚਿੰਤਾਗ੍ਰਸਤ ਲੱਗੀ ਉਹ ਕੱਲ ਜਿਹੜੀ ਮਿਨਿਸਟਰ ਨੇ ਕਹੀ ਹੈ ਮੀਤਹਿਰ ਨੇ ਕਿ ਹਰਿਆਣੇ ਦੇ ਵਿੱਚ 2073 ਦੇ ਕਰੀਬ ਕੋਚ ਨੇ। ਤੁਹਾਨੂੰ ਪਤਾ ਕਿ ਸਾਡੇ ਕਿੰਨੇ ਨੇ? ਸਾਡੇ ਹੈਗੇ 309। ਮਤਲਬ ਤੁਸੀਂ ਦੇਖੋ 2073 ਔਰ 309 ਦਾ ਕੀ ਕੰਪੈਰੀਜ਼ਨ ਹੈ। ਇੱਕ ਪਾਸੇ ਅਸੀਂ ਕਹੀ ਜਾਂਦੇ ਹਾਂ ਵੀ ਹਰਿਆਣਾ ਨੇ ਮੱਲ ਮਾਰ ਲੀਆਂ, ਪਰ ਉਹਨਾਂ ਦਾ ਇਨਫਰਾਸਟ੍ਰਕਚਰ ਤੇ ਸਾਡੇ ਇਨਫਰਾਸਟ੍ਰਕਚਰ ਦਾ ਕੀ ਕੋਈ ਮੁਕਾਬਲਾ ਹੈ? ਅਸੀਂ ਹੁਣ ਗੱਲ ਕਰ ਰਹੇ ਹਾਂ ਵੀ ਨਹੀਂ, ਅਸੀਂ ਨਰਸਰੀਆਂ ਤੋਂ ਹੀ ਸ਼ੁਰੂ ਕਰਾਂਗੇ, ਪਹਿਲਾਂ ਨਰਸਰੀ ਬਣਾਵਾਂਗੇ ਫਿਰ ਉਸ ਤੋਂ ਉੱਪਰ ਚੱਲਾਂਗੇ। ਸੋ ਇਹ ਇੱਕ ਜਿਹੜੀ ਇਹਦੇ 'ਚ ਚੰਗੀ ਗੱਲ ਹੈ। ਪਰ ਇਹਨਾਂ ਨੇ ਕਿਹਾ ਵੀ ਅਸੀਂ 2300 ਕੁਝ ਜਿਹੜੇ ਕੋਚਸ ਨੇ ਅਸੀਂ ਹੋਰ ਭਰਤੀ ਕਰਨ ਜਾ ਰਹੇ ਹਾਂ। ਦੇਖੋ ਕਹਿਣਾ ਸੌਖਾ ਹੈ 2300 ਕੋਚਾਂ ਨੂੰ ਭਰਤੀ ਕਰਨਾ, ਜਿਸ ਕਿਸਮ ਦੇ ਹਾਲਾਤ ਪੰਜਾਬ ਦੇ ਫਾਈਨਾਂਸ ਦੇ ਹੋਏ ਪਏ ਹੈ, ਮੈਨੂੰ ਤਾਂ ਲੱਗਦਾ ਕਿ ਇਹਦੀ ਗਿਣਤੀ ਜਿੰਨੀ ਮੌਜੂਦਾ ਗਿਣਤੀ ਹੈ ਇਸ ਤੋਂ ਡਬਲ ਵੀ ਕਰ ਲਈਏ ਤਾਂ ਵੀ ਮੈਨੂੰ ਲੱਗੂਗਾ ਕਿ ਅਸੀਂ ਬਹੁਤ ਵੱਡੀ ਮੱਲ ਮਾਰ ਲਈ ਹੈ। ਇਸ ਤੋਂ ਜ਼ਿਆਦਾ ਮੱਲ ਹੋਰ ਨਹੀਂ ਮਾਰੀ ਜਾ ਸਕਦੀ ਕਿਉਂਕਿ ਸਾਡੀ ਹਾਲਾਤ ਹੀ ਇਦਾਂ ਦੀ ਹੋ ਗਈ ਹੈ ਕਿ ਸਾਨੂੰ ਦਿੱਕਤਾਂ ਬਹੁਤ ਆ ਰਹੀਆਂ ਨੇ ਫਾਈਨਾਂਸ ਦੇ ਪੱਖੋਂ। ਤੇ ਇੱਕ ਦੋ ਚੀਜ਼ਾਂ ਹੋਰ ਨੇ ਜਿਹੜੀਆਂ ਇਹਦੇ ਵਿੱਚ ਕਿਹਾ ਹੈ ਕਿ ਜਿਹੜੇ ਖਿਡਾਰੀ ਜਿੱਤ ਕੇ ਆਉਂਦੇ ਨੇ, ਜ਼ਰੂਰੀ ਨਹੀਂ ਹੈ ਕਿ ਉਹਨਾਂ ਨੂੰ ਤੁਸੀਂ ਇਕੱਲੇ DSP ਹੀ ਭਰਤੀ ਕਰੋ, ਬਹੁਤ ਸਾਰੀਆਂ ਹੋਰ ਹੈਗੀਆਂ ਨੇ। ਉਹਨਾਂ ਨੂੰ ਕਿਉਂ ਨਹੀਂ ਸਪੋਰਟਸ ਡਿਪਾਰਟਮੈਂਟ ਦੇ ਵਿੱਚ ਲਿਆਤਾ ਜਾਂਦਾ? ਉਹਨਾਂ ਨੂੰ ਕਿਉਂ ਨਹੀਂ ਡਾਇਰੈਕਟਰ ਜਾਂ ਅਸਿਸਟੈਂਟ ਡਾਇਰੈਕਟਰ ਦੀਆਂ ਪੋਸਟਾਂ ਦਿੱਤੀਆਂ ਜਾਂਦੀਆਂ? ਮੈਨੂੰ ਲੱਗਦਾ ਕਿ ਜੇ ਉਹ ਲੋਕ ਆਣਗੇ ਤਾਂ ਉਹ ਖੇਡ
ਜਾਂ ਖੇਡ ਦੀ ਦੁਨੀਆ ਨੂੰ ਜ਼ਿਆਦਾ ਬਿਹਤਰ ਸਮਝਦੇ ਹੈ। ਉਹਨਾਂ ਨੂੰ ਪਤਾ ਹੁੰਦਾ ਖਿਡਾਰੀ ਦੀਆਂ ਮੂਲ ਜ਼ਰੂਰਤਾਂ ਕੀ ਨੇ। ਜਿਹੜੇ ਬਿਊਰੋਕਰੈਟ ਹੁੰਦੇ ਉਹਨਾਂ ਨੂੰ ਮੂਲ ਜ਼ਰੂਰਤਾਂ ਨਹੀਂ ਪਤਾ ਹੁੰਦੀਆਂ ਕਿ ਇੱਕ ਖਿਡਾਰੀ ਨੂੰ ਕਿੰਨੀ ਦਿੱਕਤ ਆ ਰਹੀ ਹੈ, ਕਿਸ ਕਿਸ ਪੱਖੋਂ ਦਿੱਕਤ ਆ ਰਹੀ ਹੈ। ਉਹ ਸਾਰੀਆਂ ਉਹ ਬੰਦੇ ਹੱਲ ਕਰ ਸਕਦੇ ਹੈ। ਮੈਂ ਇਸ ਕਰਕੇ ਕਹਿ ਰਿਹਾ ਕਿ ਜੋ ਤੁਹਾਨੂੰ ਯਾਦ ਹੋਊਗਾ ਜਦੋਂ ਡਾਇਰੈਕਟਰ ਸਪੋਰਟਸ ਪ੍ਰਗਟ ਸਿੰਘ ਸੀਗੇ, ਉਦੋਂ ਇਹਨਾਂ ਚੀਜ਼ਾਂ ਵੱਲ ਬਹੁਤ ਧਿਆਨ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਬਹੁਤ ਸਾਰਾ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਦੋਂ ਹੀ ਬਣਿਆ ਸੀਗਾ ਜਦੋਂ ਪ੍ਰਗਟ ਸਿੰਘ ਹੋਣੀ ਉੱਥੇ ਸੀਗੇ। ਤਾਂ ਮੈਨੂੰ ਲੱਗਦਾ ਕਿ ਉਸ ਤਰ੍ਹਾਂ ਦਾ ਇੱਕ ਕੋਈ ਬੰਦਾ ਕਮਿਟਮੈਂਟ ਵਾਲਾ ਉਹ ਡਾਇਰੈਕਟਰ ਸਪੋਰਟਸ ਉਹਨੂੰ ਜਾਂ ਅਸਿਸਟੈਂਟ ਡਾਇਰੈਕਟਰ ਸਪੋਰਟਸ ਜਾਂ ਜੋ ਵੀ ਹੈਗਾ, ਜਿਹੜੀਆਂ ਵੀ ਪੋਸਟਾਂ ਇੱਥੇ ਹੈਗੀਆਂ ਨੇ, ਚਾਹੇ ਉਹ ਟ੍ਰੇਨਿੰਗ ਦਾ ਹੋਵੇ, ਉਹ ਲਗਾ ਕੇ ਉਹਨੂੰ ਅਧਿਕਾਰ ਦਿੱਤੇ ਜਾਣੇ ਚਾਹੀਦੇ ਵੀ ਤੂੰ ਚੱਲ ਅੱਗੇ ਤੇ ਕਰ ਜਿੱਥੋਂ ਦਾ ਕੰਮ ਕਰਨਾ ਹੈ। ਸੋ ਇਹ ਚੀਜ਼ਾਂ ਹਜੇ ਤੱਕ ਜਦ ਤੱਕ ਆਪਾਂ ਨਹੀਂ ਕਰਾਂਗੇ ਤਾਂ ਮੈਨੂੰ ਲੱਗਦਾ ਕਿ ਸਪੋਰਟਸ ਸਿਰਫ ਗੱਲਾਂ ਹੀ ਕਰਨ ਜੋਗੀਆਂ ਰਹਿ ਜਾਂਦੀਆਂ ਵੀ 6 ਕਰੋੜ ਦੇ ਦਿਓ ਜਾਂ 5 ਕਰੋੜ ਦੇ ਦਿਓ। ਪਤਾ ਹੀ ਹੈ ਕਿ ਜਦੋਂ ਸਾਡਾ ਕੋਈ ਖਿਡਾਰੀ ਉੱਥੇ ਤੱਕ ਪਹੁੰਚਣਾ ਹੀ ਨਹੀਂ ਤਾਂ ਤੁਸੀਂ 5 ਕਰੋੜ ਦਾ ਅਨਾਉਂਸਮੈਂਟ ਵੀ ਕਰ ਦਿਓ। ਮੈਂ ਇਸ ਗੱਲ ਤੇ ਕਰਕੇ ਜ਼ੋਰ ਇਸ ਕਰਕੇ ਦੇ ਰਿਹਾ ਵੀ ਨਰਸਰੀ ਤੋਂ ਲੈ ਕੇ ਓਲੰਪਿਕ ਤੱਕ ਦਾ ਜਿਹੜਾ ਸਫ਼ਰ ਹੈ ਉਹ ਕਿਵੇਂ ਤੈਅ ਕਰਨਾ ਹੈ, ਇਹਦੀ ਸ਼ੁਰੂਆਤ ਨਰਸਰੀ ਤੋਂ ਕਰਨੀ ਪਊਗੀ। ਸਿੱਧਾ ਓਲੰਪਿਕ ਦੇ ਵਿੱਚ ਕੋਈ ਨਹੀਂ ਜਾ ਸਕਦਾ। ਕੋਚਸ ਦੀ ਭਰਤੀ ਦੇ ਨਾਲ ਕੋਚਸ ਦੀ ਸਮਰੱਥਾ, ਕੈਪੈਸਿਟੀ, ਉਹਨਾਂ ਦੀ ਕਾਬਲੀਅਤ, ਇਹ ਬੜਾ ਅਹਿਮ ਸਵਾਲ ਆ। ਜਦੋਂ ਕੋਚ ਆਪ ਉਸ ਸਮਰੱਥ ਨਹੀਂ ਹੁੰਦੇ, ਉਹਨਾਂ ਖਿਡਾਰੀ ਕੀ ਪੈਦਾ ਕਰਨੇ ਆ। ਪੰਜਾਬ ਦੇ ਵਿੱਚ ਕੀ ਸਮਰੱਥ ਲੋਕ ਬਚੇ ਨੇ? ਖੇਡਾਂ ਵੱਲ ਕਿਸੇ ਦੀ ਰੁਚੀ ਹੈ? ਇਹ ਵੀ ਦੇਖਣ ਦੇ ਸਵਾਲ ਆ ਕਿ ਕੋਈ ਕਿਉਂ ਖੇਡੂਗਾ। ਬਹੁਤ ਥੱਲਿਓਂ ਜਿੰਨਾ ਚਿਰ ਤੁਸੀਂ ਉਹਨੂੰ ਪੈਸ਼ਨ ਦੇ ਵਿੱਚ ਨਹੀਂ ਬਦਲ ਦਿੰਦੇ, ਕਿਸੇ ਖਿਡਾਰੀ ਦੇ, ਕਿਸੇ ਬੱਚੇ ਦੇ ਪੈਸ਼ਨ ਦੇ ਵਿੱਚ ਨਹੀਂ ਆਉਂਦੀ ਇਹ ਗੇਮ, ਉਹਨਾਂ ਚਿਰ ਕੋਈ ਮਸਲਾ ਨਹੀਂ ਬਣਦਾ। ਸ਼ਿੱਦਤ ਹੋਣੀ ਚਾਹੀਦੀ ਆ, ਕਮਿਟਮੈਂਟ ਹੋਣੀ ਚਾਹੀਦੀ ਆ। ਮੈਂ ਲੜਨਾ ਹੈ, ਮੈਂ ਖੇਡਣਾ, ਮੈਂ ਜਿੱਤਣਾ। ਇਹ ਜਜ਼ਬੇ ਭਰਨ ਲਈ ਤੁਹਾਨੂੰ ਬਹੁਤ ਥੱਲੇ ਆਉਣਾ ਪੈਂਦਾ। ਲੇਕਿਨ ਇੱਥੇ ਜੰਮਦਿਆਂ ਹੀ ਬੱਚੇ ਨੂੰ ਤਾਂ ਇਹ ਦਿਖਾਇਆ ਜਾਂਦਾ ਵੀ ਕੋਈ ਨਹੀਂ ਪੁੱਤ, 10ਵੀਂ ਕਰ ਲਾ, 5-7 ਸਾਲ ਰਹਿ ਗਏ, 10 ਸਾਲ ਰਹਿ ਗਏ, ਫਿਰ ਤੂੰ ਕੈਨੇਡਾ ਹੀ ਜਾਣਾ, ਆਸਟ੍ਰੇਲੀਆ ਜਾਣਾ। ਸੋ ਸਾਨੂੰ ਇਹ ਸਾਈਕੀ ਬਦਲਣੀ ਪਊਗੀ। ਮਾਪੇ ਅੱਜ ਕੱਲ੍ਹ ਬੱਚਿਆਂ ਦੇ ਥਰੂ ਸੁਪਨੇ ਜੀਣ ਨੂੰ ਫਿਰਦੇ। ਆਪਣੇ ਮਾਪੇ ਜਿਹੜੇ ਜਦੋਂ ਉਹਨਾਂ ਦੀ ਇਹ ਉਮਰ ਸੀ ਸਟੂਡੈਂਟ ਵਾਲੀ 20-22 ਸਾਲ ਦੇ, ਅੱਜ 50 ਸਾਲਾਂ 'ਚ ਆ ਕੇ ਉਹ ਇਹ ਸੋਚਦੇ ਨੇ ਕਿ ਅਸੀਂ ਬੱਚਿਆਂ ਦੇ ਘਦਾੜੇ ਚੜ੍ਹ ਕੇ ਵਿਦੇਸ਼ ਦੀ ਧਰਤੀ ਤੇ, ਜਿਹੜਾ ਅਸੀਂ ਨਹੀਂ ਕਰ ਸਕੇ ਕਿਉਂਕਿ ਉਦੋਂ ਰਾਹ ਹੀ 2 ਨੰਬਰ ਦੇ ਸੀ। ਸੋ 1 ਨੰਬਰ ਦੇ ਵਿੱਚ ਵਿਦੇਸ਼ੀ ਸ਼ਹਿਰੀ ਬਣਨਾ ਹੈ ਤੇ ਸ਼ਾਮਾਂ ਅਸੀਂ ਜਿਹੜੀਆਂ ਸੈਰਾਂ ਕਰਨੀਆਂ ਬਿਹਤਰ ਇਨਫਰਾਸਟ੍ਰਕਚਰ ਦੇ ਵਿੱਚ। ਇਨ ਦਾ ਮੀਨ ਟਾਈਮ ਅਸੀਂ ਬਹੁਤ ਕੁਝ ਬੱਚਿਆਂ ਦਾ ਖਾ ਲੈਂਦੇ ਹਾਂ, ਖੋਹ ਲੈਂਦੇ ਹਾਂ। ਮੈਂ ਇੰਦਰਪ੍ਰੀਤ ਜੀ ਲਾਸਟ ਮਾਮਲੇ 'ਚ ਆਊਂਗਾ, ਬੜੀ ਤੇਜ਼ੀ ਨਾਲ ਕਰਿਓ ਇਹਨੂੰ ਕਿਉਂਕਿ ਤੁਹਾਡੇ ਕੋਲ ਇਹਦੇ 'ਚ ਮਟੀਰੀਅਲ ਬਹੁਤ ਆ। ਮੈਨੂੰ ਪਤਾ ਬਾਸਮਤੀ ਸਾਡੀ ਇਸ ਖਿੱਤੇ ਦੀ ਸਭ ਤੋਂ ਬਿਹਤਰ ਫਸਲ ਹੈ। ਸਾਡੀ ਤੇ ਪਾਕਿਸਤਾਨ ਦੀ ਬਾਸਮਤੀ ਵਿਦੇਸ਼ਾਂ 'ਚ ਮੰਗ ਹੈ। ਜਦੋਂ ਕਿਧਰੇ ਦੇਗ 'ਚੋਂ ਉਬਲਦੇ ਚੌਲਾਂ ਦੀ ਖੁਸ਼ਬੂ ਆਉਂਦੀ ਆ, ਜਾਂ ਕਿਧਰੇ ਅੱਜ ਕੁੱਕਰ ਦੀ ਸੀਟੀ ਦੇ ਵਿੱਚੋਂ ਆਉਂਦੀ ਆ, ਕਿਉਂਕਿ ਬਹੁਤ ਦੌਰ ਬਦਲ ਗਏ ਨੇ। ਮਹਿਕ ਤਾਂ ਹੁਣ ਮਾਈਨਸ ਹੁੰਦੀ ਜਾਂਦੀ ਆ, ਰਾਦਰ ਬਿਮਾਰੀਆਂ ਨਿਕਲੀ ਆਉਂਦੀਆਂ ਨੇ, ਕੀਟਨਾਸ਼ਕ, ਨਦੀਨਨਾਸ਼ਕ। ਜਿੰਨੀ ਤੁਸੀਂ ਬਿਹਤਰ ਬਾਸਮਤੀ ਦੀ ਲੈਣੀ ਆ ਫਸਲ, ਉਨੀਆਂ ਜ਼ਿਆਦਾ ਸਪਰੇਆਂ। ਮੈਨੂੰ ਯਾਦ ਹੈ ਅਸੀਂ ਬਾਸਮਤੀ ਪਿਛੇਤੀ ਲੱਗਦੀ ਸੀ, ਅਸੀਂ ਲਾਉਂਦੇ ਹੁੰਦੇ ਸੀਗੇ। ਔਰ ਬਾਸਮਤੀ ਨੂੰ ਖੜੇ ਰੱਖਣ ਲਈ, ਬਾਸਮਤੀ ਨੂੰ ਅੱਗੇ ਵਧਾਉਣ ਲਈ ਪਤਾ ਨਹੀਂ ਕਿੰਨੀ ਕੁ ਕਿਸਮ ਦੀ ਸਪਰੇਅ ਹੌਲੀ ਹੌਲੀ ਰਿਕਮੈਂਡ ਹੋਈ ਜਾਂਦੀ ਆ। ਸੋ ਇਸ ਗੱਲ ਨੂੰ ਤੋੜ ਦਿਓ ਕਿ ਹੁਣ ਅਸੀਂ ਇੱਥੇ ਵੀ ਕਟਹਿਰਿਆਂ ਦੇ ਵਿੱਚ ਆ, ਸਾਡੀ ਬਾਸਮਤੀ ਦੇ ਖਰੀਦਦਾਰ ਘਟਦੇ ਜਾਣਗੇ ਕਿਉਂਕਿ ਅਸੀਂ ਜ਼ਹਿਰਾਂ ਨਾਲ ਖੇਡ ਰਹੇ ਹਾਂ। ਕੀ ਕਹਿੰਦੇ ਹੋ? ਰੰਧਾਵਾ ਸਾਹਿਬ, ਦੇਖੋ ਪੰਜਾਬ ਤੋਂ ਜੇ ਮੈਂ ਟੋਟਲ ਗਵਰਨਮੈਂਟ ਤੋਂ, ਆਪਣੀ ਇੰਡੀਅਨ ਗਵਰਨਮੈਂਟ ਤੋਂ ਲਗਾਵਾਂ ਕਿ ਕਿੰਨਾ ਐਕਸਪੋਰਟ ਹੁੰਦਾ ਹੈ ਬਾਸਮਤੀ ਦਾ, ਤਾਂ ਲਗਭਗ 40,000 ਕਰੋੜ ਹੈ ਉਹਦੀ ਜਿਹੜੀ ਉਹ, ਪਰ ਉਹ ਚੋਂ 40% ਸਾਡਾ ਹੈ। ਤੁਸੀਂ ਦੇਖੋ ਲਗਭਗ ਅਸੀਂ 15 ਤੋਂ 17,000 ਕਰੋੜ ਰੁਪਏ ਦਾ ਜਿਹੜਾ ਐਕਸਪੋਰਟ ਹੈਗਾ ਉਹ ਵਿਦੇਸ਼ਾਂ ਨੂੰ ਕਰਦੇ ਆ। ਯਾਨੀ ਕਿੰਨੀ ਜ਼ਿਆਦਾ ਸਾਡੀ ਮੰਗ ਹੈ। ਇਸ ਤੋਂ ਤੁਸੀਂ ਠੀਕ ਕਿਹਾ ਕਿ ਇਸ ਤੋਂ ਅੰਦਾਜ਼ਾ ਲਗਾ ਲਓ, ਤੁਹਾਡੇ ਅੰਮ੍ਰਿਤਸਰ ਹੀ ਮੈਕਸਿਮਮ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹ ਅੰਮ੍ਰਿਤਸਰ ਬੈਠੀਆਂ ਨੇ, ਚਾਹੇ ਦਾਵਤ ਹੋਵੇ, ਲਾਲ ਕਿਲਾ ਹੋਵੇ, ਹੋਰ ਕਿੰਨੇ ਤਰ੍ਹਾਂ ਦੀਆਂ ਕੰਪਨੀਆਂ ਨੇ ਜਿਹੜੀਆਂ ਉੱਥੇ ਬੈਠੀਆਂ ਨੇ। ਪਰ ਪਿਛਲੇ ਕਈ ਸਾਲਾਂ ਤੋਂ, ਮਤਲਬ ਲਗਭਗ 6-7 ਸਾਲ ਤਾਂ ਮੈਨੂੰ ਹੋ ਗਏ ਦੇਖਦੇ ਨੂੰ, ਲਗਾਤਾਰ ਇਹ ਆ ਰਿਹਾ ਕਿ ਸਾਡੇ ਜਿਹੜੇ ਬਾਸਮਤੀ ਦੇ ਵਿੱਚ ਪੈਸਟੀਸਾਈਡ ਦਾ ਜਿਹੜਾ ਇੱਕ ਮੌਜੂਦਾ ਮਿਕਦਾਰ ਹੈ ਉਹ ਵੱਧਦੀ ਜਾ ਰਹੀ ਹੈ, ਤੇ ਜੋ ਮਤਲਬ ਸਿਹਤ ਲਈ ਠੀਕ ਨਹੀਂ ਹੈ। ਇਸ ਕਰਕੇ ਸਾਡੇ ਐਕਸਪੋਰਟ ਆਰਡਰ ਜਿਹੜੇ ਨੇ ਉਹ ਕੈਂਸਲ ਹੋਈ ਜਾ ਰਹੇ। ਪੰਜਾਬ ਦੀ ਜਿਹੜੀ ਬਾਸਮਤੀ ਐਸੋਸੀਏਸ਼ਨ ਹੈਗੀ ਹੈ, ਬਾਸਮਤੀ ਐਕਸਪੋਰਟ ਐਸੋਸੀਏਸ਼ਨ ਹੈ, ਉਹਨਾਂ ਨੇ ਇਹ ਮੰਗ ਜਿਹੜੀ ਹੈਗੀ ਹੈ ਐਗਰੀਕਲਚਰ ਡਿਪਾਰਟਮੈਂਟ ਕੋਲ ਵੀ ਰੱਖੀ ਹੈ, ਕਈ ਸਾਲਾਂ ਤੋਂ ਰੱਖਦੇ ਆ ਰਹੇ ਉਹ। ਤਾਂ ਮੈਨੂੰ ਯਾਦ ਹੈ ਅਜੇ ਵੀਰ ਜਾਖੜ ਹੋਰਾਂ ਨੇ ਸਭ ਤੋਂ ਪਹਿਲਾਂ ਇਹ ਕਦਮ ਉਠਾਇਆ ਸੀ। ਉਹਨਾਂ ਨੇ 20 ਕੰਪਨੀਆਂ ਜਿਹੜੀਆਂ ਸੀਗੀਆਂ ਉਹ ਬੈਨ ਕੀਤੀਆਂ ਸੀ। 20 ਪੈਸਟੀਸਾਈਡਸ ਜਿਹੜੇ ਹੈਗੇ ਨੇ ਉਹ ਆਲ ਓਵਰ ਵਰਲਡ ਬੈਨ ਨੇ, ਪਰ ਸਾਡੇ ਇੱਥੇ ਖੁੱਲ੍ਹੇਆਮ ਵਿਕ ਰਹੀਆਂ ਨੇ ਦਵਾਈਆਂ। ਤੇ ਉਹਨਾਂ ਨੇ ਇਹ ਕੀਤਾ ਸੀ, ਪਰ ਜਦੋਂ ਇਹ ਕਾਨੂੰਨ ਬਾਰੇ ਪਤਾ ਕੀਤਾ ਗਿਆ ਵੀ ਯਾਰ ਕੀ ਹੈਗਾ ਇਹਦੇ 'ਚ, ਤਾਂ ਬੜੀ ਉਸ ਵਿੱਚ ਦਿੱਕਤ ਇਹ ਆਈ ਕਿ ਸਟੇਟ ਗਵਰਨਮੈਂਟ ਕੋਲੇ ਸਿਰਫ ਔਰ ਸਿਰਫ 6 ਮਹੀਨੇ ਉਹਦੀ ਵਿਕਰੀ ਨੂੰ ਰੋਕਣ ਦਾ ਅਧਿਕਾਰ ਹੈ।
ਬੈਨ ਲਗਾਉਣ ਦਾ ਨਹੀਂ ਹੈ, ਸਿਰਫ ਵਿਕਰੀ ਨੂੰ ਰੋਕਣ ਦਾ ਅਧਿਕਾਰ ਹੈ। ਸੋ ਪਿਛਲੇ 4 ਸਾਲਾਂ ਤੋਂ ਉਸੇ ਹੀ ਕਾਨੂੰਨ ਦੇ ਅੰਦਰ ਜਦੋਂ ਵੀ ਆਹ ਬਾਸਮਤੀ ਦਾ ਸੀਜ਼ਨ ਆਉਂਦਾ ਜਾਂ ਕੋਈ ਇਹਦਾ ਸੀਜ਼ਨ ਆਉਂਦਾ, ਜਿੱਥੇ ਇਹਨਾਂ ਦਵਾਈਆਂ ਨੂੰ ਤਾਂ ਛਿੜਕਾਅ ਹੁੰਦਾ, ਚਾਹੇ ਉਹ ਕਾਟਨ ਤੇ ਹੋਵੇ ਚਾਹੇ ਤੇ, ਤਾਂ ਉਸ ਤੇ 6 ਮਹੀਨੇ ਲਈ ਮਤਲਬ ਵਿਕਰੀ ਤੇ ਰੋਕ ਲੱਗ ਜਾਂਦੀ ਹੈ। ਤੇ ਲੇਕਿਨ ਲੋਕ ਤਾਂ ਪਹਿਲਾਂ ਹੀ ਖਰੀਦ ਕੇ ਰੱਖ ਲੈਂਦੇ ਆ। ਇਹ ਜਿਹੜੀ ਚੀਜ਼ ਹੈਗੀ ਹੈ ਇਹਨੂੰ ਸੀਰੀਅਸਲੀ ਲੈਣਾ ਪਊਗਾ ਔਰ ਸੀਰੀਅਸਲੀ ਟੇਕਅਪ ਗਵਰਨਮੈਂਟ ਆਫ ਇੰਡੀਆ ਨਾਲ ਕਰਨਾ ਪਊਗਾ। ਬਾਰ-ਬਾਰ ਜਦੋਂ ਅਸੀਂ ਆਹ ਗੱਲ ਕਰਦੇ ਨੇ ਨਾ, ਜਿਵੇਂ ਹੁਣ ਕੱਲ ਚੀਫ ਮਿਨਿਸਟਰ ਦਾ ਬਿਆਨ ਸੀ, ਮੈਂ ਉੱਥੇ ਦੇਖ ਰਿਹਾ ਸੀ ਵੀ ਮੈਂ ਨਹੀਂ ਸੈਂਟਰ ਗਵਰਨਮੈਂਟ ਤੋਂ ਪੈਸੇ ਮੰਗਣੇ, ਮੇਰੇ ਕੋਲ ਵੱਧ, ਇਸ ਤਰ੍ਹਾਂ ਦੀਆਂ ਚੀਜ਼ਾਂ ਨਾਲ ਸਟੇਟ ਔਰ ਸੈਂਟਰ ਦੇ ਰਿਲੇਸ਼ਨ ਨਹੀਂ ਚੱਲਦੇ ਹੁੰਦੇ। ਚੀਫ ਮਿਨਿਸਟਰ ਦਾ ਤਾਂ ਕੰਮ ਹੀ ਆਪਣਾ ਕੇਸ ਉੱਥੇ ਰਿਪਰੈਜ਼ੈਂਟ ਕਰਨਾ। ਜੇ ਉਹ ਕਰਨਗੇ, ਚੰਗੇ ਤਰੀਕੇ ਨਾਲ ਕਰਨਗੇ, ਤਾਂ ਮੈਨੂੰ ਲੱਗਦਾ ਕਿ ਉਹ ਵੀ ਇਸ ਚੀਜ਼ ਨੂੰ ਸਮਝਣਗੇ, ਕਿਉਂਕਿ ਗਵਰਨਮੈਂਟ ਆਫ ਇੰਡੀਆ ਦਾ ਵੀ ਪੂਰਾ ਧਿਆਨ ਐਕਸਪੋਰਟ ਵਧਾਉਣ ਵਾਲਾ ਹੈ। ਉਹਨਾਂ ਨੂੰ ਇਹ ਹੈ ਜਿੰਨੀ ਐਕਸਪੋਰਟ ਸਾਡੀ ਵਧੂਗੀ, ਸਾਡੇ ਕੋਲੇ ਉਨਾ ਹੀ ਜਿਹੜੀ ਵਿਦੇਸ਼ੀ ਮੁਦਰਾ ਸਾਡੇ ਕੋਲੇ ਜ਼ਿਆਦਾ ਆਊਗੀ ਤੇ ਸਾਡਾ ਰੁਪਇਆ ਜਿਹੜਾ ਹੈ ਡਾਲਰ ਦੇ ਮੁਕਾਬਲੇ ਮਜ਼ਬੂਤ ਹੋਊਗਾ। ਪਰ ਇੱਥੇ ਅਸੀਂ ਜੇ ਇਹ ਕਿਸਮ ਇਸ ਤਰ੍ਹਾਂ ਦੀਆਂ ਲੈ ਕੇ ਬਹਿ ਜਾਾਂਗੇ ਵੀ ਅਸੀਂ ਨਹੀਂ ਜਾਣਾ, ਤਾਂ ਮੈਨੂੰ ਲੱਗਦਾ ਕਿ ਇਹ ਦਿੱਕਤਾਂ ਵਾਲੀ ਗੱਲ ਹੈ, ਇਹ ਨਹੀਂ ਕਰਨੀ ਚਾਹੀਦੀ। ਪੰਜਾਬ ਬਹੁਤ ਫੇਸ ਕਰੂਗਾ। ਦੂਸਰਾ ਇਸ ਦੇ ਵਿੱਚ ਇਸ਼ੂ ਇੱਕ ਹੋਰ ਹੈ ਵੀ ਇਕੱਲਾ ਫਿਰ ਬਾਸਮਤੀ ਦਾ ਹੀ ਕਿਉਂ, ਬਾਕੀ ਚੀਜ਼ਾਂ ਦੇ ਉੱਤੇ ਕਿਉਂ ਨਹੀਂ? ਕੀ ਜਿਹੜੀ ਚੀਜ਼ ਅਸੀਂ ਐਕਸਪੋਰਟ ਕਰਨੀ ਹੈ, ਕੱਲ ਮੈਂ ਉਹਨਾਂ ਦਾ ਇੱਕ ਰਿਪੋਰਟ 'ਚ ਪੜ੍ਹ ਰਿਹਾ ਸੀ ਕਿ ਐਗਰੀਕਲਚਰ ਡਿਪਾਰਟਮੈਂਟ ਇੱਕ ਮੁਹਿੰਮ ਚਲਾਊਗਾ, ਜਿਹੜੇ ਬਾਸਮਤੀ ਦੇ ਜਿਹੜੇ ਪ੍ਰੋਡਿਊਸਰ ਨੇ ਉਹਨਾਂ ਨੂੰ ਕਹੂਗਾ ਕਿ ਤੁਸੀਂ ਮਤਲਬ ਇਹ ਦਵਾਈਆਂ ਨਾ ਵਰਤੋ ਔਰ ਜਾਂ ਘੱਟ ਵਰਤੋ, ਅਦਰਵਾਈਜ਼ ਤੁਹਾਡਾ ਇਹ ਵਿਕਣਾ ਹੀ ਨਹੀਂ, ਤੇ ਜੇ ਵਿਕੂਗਾ ਨਹੀਂ ਤਾਂ ਤੁਹਾਨੂੰ ਹੀ ਨੁਕਸਾਨ ਹੋਏਗਾ। ਪਰ ਕੱਲਾ ਮੇਰਾ ਸਵਾਲ ਇਹ ਹੈ ਕਿ ਕੱਲਾ ਉਸ ਤੇ ਕਿਉਂ, ਜਿਹੜੇ ਪੰਜਾਬ ਦੇ ਲੋਕ ਨੇ ਕਿ ਉਹ ਦਵਾਈਆਂ ਵਾਲੀਆਂ ਹੀ ਖਾਂਦੇ ਰਹਿਣ, ਉਹਨਾਂ ਲਈ ਕਿਉਂ ਨਹੀਂ? ਇਹ ਵੱਡੇ ਸਵਾਲ ਨੇ। ਇਸ ਕਰਕੇ ਇਹਨਾਂ ਨੂੰ ਮੈਨੂੰ ਲੱਗਦਾ ਕਿ ਇਕੱਠਾ ਹੀ ਲੈਣਾ ਚਾਹੀਦਾ ਹੈ। ਅਜੇ ਤਾਂ ਅਸੀਂ ਕਾਟਨ ਦੇ ਉੱਤੇ ਬਹੁਤ ਘੱਟ ਗੱਲ ਕਰ ਰਹੇ ਹਾਂ। ਕਾਟਨ ਦੇ ਉੱਤੇ ਜਿੰਨੀ ਸਪਰੇ, ਜਿੰਨਾ ਮਤਲਬ ਜ਼ਹਿਰ ਅਸੀਂ ਕਾਟਨ ਦੇ ਉੱਤੇ ਸਪਰੇ ਕਰਦੇ, ਇੰਨਾ ਕਿਤੇ ਨਹੀਂ ਕਰਦੇ। ਇਸੇ ਕਰਕੇ ਜਿਹੜੇ ਚਮੜੀ ਦੇ ਰੋਗ ਨੇ ਉਹ ਸਾਡੇ ਉਸ ਕੱਪੜਿਆਂ ਕਰਕੇ ਹੀ ਆ ਰਹੇ ਨੇ, ਜਿਹੜੇ ਕੱਪੜੇ ਉਸ ਕਾਟਨ ਤੋਂ ਬਣੇ ਹੋਏ। ਭਾਸਕਰ ਸਾਹਿਬ, ਬਹੁਤ ਸੰਖੇਪ ਟਿੱਪਣੀ, ਕਿਉਂਕਿ ਬਾਸਮਤੀ ਦੇ ਚੌਲ ਤਾਂ ਤੁਹਾਨੂੰ ਵੀ ਪਸੰਦ ਹੋਣਗੇ ਹੀ, ਭਾਵੇਂ ਉਹ ਜਰਦਾ ਬਣਿਆ ਹੋਵੇ ਤੇ ਭਾਵੇਂ ਉਹ ਨਮਕ ਵਾਲੇ ਚਾਵਲ ਹੋਣ ਤੇ ਭਾਵੇਂ ਫਿਰ ਉਹ ਪੁਲਾਓ ਹੋਵੇ, ਬਿਰਿਆਨੀ ਹੋਵੇ, ਖਾਂਦੇ ਤਾਂ ਹੋਵੋਗੇ ਪੱਕਾ ਸਵਾਦ ਨਾਲ। ਦੇਖੋ, ਜੋ ਕੁਝ ਕਰਨਾ ਚਾਹੀਦਾ ਉਹ ਕਰਨਾ ਚਾਹੀਦਾ ਹੈ। ਇਹ ਗੱਲ ਨਿਕਲ ਕੇ ਆ ਰਹੀ ਹੈ, ਜਿੱਦਾਂ ਇੰਦਰਪ੍ਰੀਤ ਉਹਨਾਂ ਨੇ ਬੜੀ ਵਿਸਤਾਰ ਨਾਲ ਉਹ ਸਾਰੀ ਗੱਲਾਂ ਦੱਸੀ ਹੈ ਕਿ ਕਿਸ ਤਰੀਕੇ ਨਾਲ ਅਸੀਂ ਆਪਣੇ ਐਕਸਪੋਰਟ ਨੂੰ ਵੀ ਵਧਾ ਸਕਦੇ ਹਾਂ ਔਰ ਆਪਣੀ ਫਸਲ ਨੂੰ ਉਸ ਕੀਟਨਾਸ਼ਕ ਜਿਹੜੇ ਆਪਾਂ ਛਿੜਕਦੇ ਆ, ਉਹ ਛਿੜਕਦੇ ਕਿਉਂ ਹੈ? ਕਿਉਂਕਿ ਲੋੜ ਪੈਂਦੀ ਹੈ ਤਾਂ ਛਿੜਕਦੇ ਆ, ਜਾਂ ਫਿਰ ਉਹਨੂੰ ਵਧੀਆ ਝਾੜ ਵਾਸਤੇ ਛਿੜਕਦੇ ਨੇ। ਇਹਨਾਂ ਸਾਰੀ ਗੱਲਾਂ ਦੇ ਵਿੱਚ ਜਿਹੜੇ ਸੁਝਾਅ ਇੰਦਰਪ੍ਰੀਤ ਉਹਨਾਂ ਨੇ ਦਿੱਤੇ ਨੇ, ਮੈਨੂੰ ਲੱਗਦਾ ਉਹਦੇ ਉੱਤੇ ਕੁਝ ਵੀ ਕਹਿਣਾ ਉਹ ਚੰਗਾ ਨਹੀਂ ਹੋਏਗਾ। ਕਾਰਨ ਇਹਨਾਂ ਦੀ ਖੇਤੀ ਦੇ ਵਿੱਚ ਮਾਹਿਰਤਾ ਹੈ, ਤੇ ਇਹਨਾਂ ਤੋਂ ਹੀ ਆਪਾਂ ਅਮਰੂਦਾਂ ਦੇ ਬਾਗ ਤੋਂ ਲੈ ਕੇ, ਅਮਰੂਦਾਂ ਦੇ ਪੇੜ ਤੋਂ ਲੈ ਕੇ ਕਿਹੜਾ ਬੂਟਾ ਲਾਣਾ ਹੈ, ਉਹ ਅਸੀਂ ਇਹਨਾਂ ਤੋਂ ਹੀ ਪੁੱਛਦੇ ਹਾਂ। ਤੇ ਇਸ ਮੁੱਦੇ ਦੇ ਉੱਤੇ ਵੀ ਮੈਨੂੰ ਲੱਗਦਾ ਹੈ ਕਿ ਇਹ ਜੋ ਕੁਝ ਕਹਿ ਰਹੇ ਬਹੁਤ ਵਧੀਆ ਕਹਿ ਰਹੇ। ਬਿਲਕੁਲ। ਕੱਲ ਬਾਲਮਕੰਦ ਸ਼ਰਮਾ ਸ਼ਾਮ ਨੂੰ ਮੇਰੇ ਨਾਲ ਫੋਨ ਤੇ ਸੀਗੇ, ਉਹਨਾਂ ਨੇ ਕੈਨੇਡਾ ਤੋਂ ਸਰਦਾਰ ਜਰਨੈਲ ਸਿੰਘ ਆਏ ਹੋਏ, ਉਹਨਾਂ ਨਾਲ ਡਿਨਰ ਇੱਕ ਪਲਾਨ ਕੀਤਾ ਕੱਲ ਸ਼ਾਮ ਨੂੰ, ਜਿਹਦੇ ਵਿੱਚ ਕਾਫੀ ਸਾਰੇ ਮੰਤਰੀ ਜਾਂ ਕਾਫੀ IAS ਅਫਸਰ ਉਹ ਚਾਹ ਰਹੇ ਆ ਕਿ ਵਿਦੇਸ਼ਾਂ ਦੇ ਵਿੱਚ ਪੰਜਾਬ ਦਾ ਬ੍ਰਾਂਡ ਪੰਜਾਬ ਹੋਵੇ, ਪੰਜਾਬ ਬ੍ਰਾਂਡ, ਭਾਵੇਂ ਉਹ ਮਾਰਕੀਟ ਦੇ ਰੂਪ 'ਚ ਹੋਵੇ, ਸੋਹਣਾ ਜੋ ਵੀ, ਮਤਲਬ ਉਹ ਜਦੋਂ ਇਹ ਗੱਲ ਕਰ ਰਹੇ ਸੀ ਤਾਂ ਮੈਂ ਕਿਹਾ ਵੀ ਇਹ ਖੇਤਰ ਹੈਗਾ ਇੰਦਰਪ੍ਰੀਤ ਜੀ ਦਾ। ਕਹਿੰਦੇ ਹਾਂ, ਉਹਨਾਂ ਦੇ ਫਾਰਮ ਤੇ ਅਸੀਂ ਜਾ ਕੇ ਆਏ ਸੀ ਔਰ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਰਿਕਾਰਡ ਵੀ ਕੀਤਾ ਸੀ। ਸੋ ਇੰਦਰਪ੍ਰੀਤ ਜੀ ਔਰ ਇਹਨਾਂ ਦੇ ਨਾਲ ਕੁਝ ਹੋਰ ਸਹਾਫੀ ਮਿੱਤਰ ਜਿਹੜੇ ਇਕੱਠੇ ਹੋ ਕੇ ਚੰਡੀਗੜ੍ਹ ਦੇ ਨੇੜੇ ਥੋੜੀਆਂ ਜ਼ਮੀਨਾਂ 'ਚ ਖੇਤੀ ਕਰ ਰਹੇ ਆ, ਔਰ ਉਹ ਖੇਤੀ ਬੜੀ ਆਰਗੈਨਿਕ ਖੇਤੀ ਹੈ, ਔਰ ਆਰਗੈਨਿਕ ਤੋਂ ਵੀ ਇੱਕ ਸਟੈਪ ਅੱਗੇ, ਵੀ ਇਹ ਕੁਝ ਵੀ ਐਸਾ ਯੂਜ਼ ਨਹੀਂ ਕਰਦੇ, ਬਸ ਉਹ ਮਿੱਤਰ ਕੀੜਿਆਂ ਨਾਲ ਖੇਡਦੇ ਰਹਿੰਦੇ ਨੇ। ਜਦੋਂ ਕਿਤੇ ਬਾਰਿਸ਼ਾਂ ਆਉਂਦੀਆਂ ਨੇ ਜਾਂ ਕਿਤੇ ਹੜ੍ਹ ਵਰਗੀ ਸਥਿਤੀ ਹੁੰਦੀ ਆ, ਇਹਨਾਂ ਦਾ ਜੀ ਘਾਉ ਮਾਊ ਕਰ ਰਿਹਾ ਹੁੰਦਾ ਕਿ ਹਾਏ ਮੇਰਾ ਚੂਹਾ ਤਾਂ ਨਹੀਂ ਮਰ ਗਿਆ ਕਿਤੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਧੰਨਵਾਦ ਜੀ।